ਜੈ ਮਸੀਹ ਦੀ ਸਾਰਿਆਂ ਨੂੰ ਤੇਰਾ ਸਭ ਨੂੰ ਆਪਾਂ ਅੱਜ ਦੀ ਬਾਈਬਲ ਸਟੱਡੀ ਵਿੱਚ ਜੀ ਆਇਆਂ ਨੂੰ ਆਖਦੇ ਹਾਂ ਅਤੇ ਅਸੀਂ ਅੱਜ ਦੀ ਬਾਈਬਲ ਸਟੱਡੀ ਸ਼ੁਰੂ ਕਰਨ ਜਾ ਰਹੇ ਹਾਂ। ਸੋ ਅਸੀਂ ਅੱਜ ਕਿਹੜਾ ਲੈ ਕੇ ਆ ਰਹੇ ਹਾਂ ਸਬਜੈਕਟ, ਲਾਈਕ ਪ੍ਰਭੂ ਯਿਸੂ ਨੇ ਸਾਨੂੰ ਪਾਵਰ ਦਿੱਤੀ ਹੈ। ਜੀਸਸ ਗੇਵ ਅਸ ਪਾਵਰ ਫੋਰ ਹਿਜ਼ ਗਲੋਰੀ। ਅੱਜ ਉਹਦੇ ਬਾਰੇ ਆਪਾਂ ਸਟੱਡੀ ਕਰਨ ਜਾ ਰਹੇ ਹਾਂ। ਪਰ ਇਸ ਤੋਂ ਪਹਿਲਾਂ ਆਪਾਂ ਇੱਕ ਵੀ ਕਦਮ ਗਾਂਹ ਜਾਈਏ। ਚਲੋ ਆਪਾਂ ਸਾਰੀ ਬਾਈਬਲ ਸਟੱਡੀ ਜੋ ਵੀ ਕੁਛ ਆਪਾਂ ਕਰਨ ਜਾਏ, ਆਪਣੀਆਂ ਦੁਆਵਾਂ ਆਪਣੇ ਆਪ ਨੂੰ ਪ੍ਰਭੂ ਯਿਸੂ ਅੱਗੇ ਲੈ ਕੇ ਆਈਏ। ਪਾਕ ਰੂਪ ਪੁੱਤਰ ਆਤਮਾ ਦੀ ਆਪਾਂ ਮਦਦ ਮੰਗੀਏ ਕਿ ਪ੍ਰਭੂ ਜੀ ਸਾਡੀ ਮਦਦ ਕਰੋ। ਆਮੀਨ। ਸੋ ਚਲੋ ਆਪਾਂ ਇੱਕ ਛੋਟੀ ਜਿਹੀ ਦੁਆ ਕਰਦੇ ਹਾਂ। ਤੇਰਾ ਧੰਨਵਾਦ ਰੱਖਦੇ ਹਾਂ, ਤੇਰਾ ਸ਼ੁਕਰ ਰੱਖਦੇ ਪਿਤਾ ਪਰਮੇਸ਼ਰ ਜੀ। ਸਾਰੀ ਗਲੋਰੀ ਅਸੀਂ ਤੈਨੂੰ ਆਲਰੇਡੀ ਦਿੰਦੇ ਹਾਂ, ਸਾਰੀ ਪ੍ਰੇਜ਼ ਵੀ ਅਸੀਂ ਤੈਨੂੰ ਦਿੰਦੇ ਹਾਂ। ਪਿਤਾ ਜੀ ਤੁਸੀਂ ਸਾਨੂੰ ਇੰਨਾ ਸੋਹਣਾ ਦਿਨ ਦਿੱਤਾ, ਸਾਨੂੰ ਤੁਸੀਂ ਆਪਣੇ ਵਿੱਚ ਜਗਾਇਆ, ਸਾਡੇ ਵਿੱਚ ਆਪਣਾ ਕੰਮ ਕਰਵਾਇਆ। ਤੇਰਾ ਸ਼ੁਕਰ ਰੱਖਦੇ ਹਾਂ। ਸਾਨੂੰ ਤੁਸੀਂ ਆਪਣੇ ਵਚਨ ਦੇ ਵਿੱਚ ਟਾਈਮ ਸਪੈਂਡ ਕਰਨ ਦਾ ਸਾਨੂੰ ਪ੍ਰਭੂ ਜੀ ਵਕਤ ਦਿੱਤਾ। ਤੇਰਾ ਸ਼ੁਕਰ ਰੱਖਦੇ ਹਾਂ ਪਿਤਾ ਪਰਮੇਸ਼ਵਰ ਜੀ। ਪ੍ਰਭੂ ਜੀ ਅਸੀਂ ਆਪਣੀਆਂ ਅੱਖਾਂ ਅੱਜ ਉਹ ਸਵਰਗਾਂ ਦੇ ਵਿੱਚ ਚੱਕਦੇ ਹਾਂ ਪਿਤਾ ਪਰਮੇਸ਼ਵਰ ਜੀ, ਜਿੱਥੇ ਸਾਨੂੰ ਪਤਾ ਸਾਡੀ ਮਦਦ ਆਉਂਦੀ ਹੈ। ਸਾਡੀ ਮਦਦ ਉਸ ਤੋਂ ਆਉਂਦੀ ਹੈ ਜਿਸ ਨੇ ਇਹ ਸਾਰੀ ਧਰਤੀ ਤੇ ਸਵਰਗ ਬਣਾਏ ਹੈ ਪਿਤਾ ਪਰਮੇਸ਼ਵਰ ਜੀ। ਤੇਰਾ ਸ਼ੁਕਰ ਰੱਖਦੇ, ਤੇਰਾ ਧੰਨਵਾਦ ਰੱਖਦੇ ਹਾਂ। ਅਤੇ ਪ੍ਰਭੂ ਜੀ ਅਸੀਂ ਤੈਨੂੰ ਵਾਅਦਾ ਕਰਦੇ ਹਾਂ, ਤੈਨੂੰ ਇਹ ਸਾਰੀ ਬਾਈਬਲ ਸਟੱਡੀ ਦਾ ਹਰ ਕੁਝ ਜੋ ਸਾਡੇ ਟੈਸਟਮਨੀ ਸਾਡੀ ਜ਼ਿੰਦਗੀਆਂ 'ਚ ਹੋ ਰਹੇ ਨੇ, ਹਰ ਕੁਝ ਹੋ ਰਿਹਾ ਪ੍ਰਭੂ ਜੀ, ਉਹਦੀ ਸਾਰੀ ਗਲੋਰੀ ਪ੍ਰੇਜ਼ ਆਨਰ ਅਸੀਂ ਤੈਨੂੰ ਦਿੰਦੇ ਪਿਤਾ ਪਰਮੇਸ਼ਵਰ ਜੀ। ਅਤੇ ਪ੍ਰਭੂ ਜੀ ਅਸੀਂ ਸਭਨਾਂ ਨੂੰ ਤੇਰੇ ਖੂਨ ਦੇ ਥੱਲੇ ਲੈ ਕੇ ਆ ਜਾਂਦੇ ਹਾਂ ਪਿਤਾ ਪਰਮੇਸ਼ਵਰ ਜੀ। ਸਾਨੂੰ ਤੁਸੀਂ ਆਪਣੀ ਬੁੱਕਲ ਵਿੱਚ ਲਵੋ ਅਤੇ ਪ੍ਰਭੂ ਜੀ ਸਾਡੇ ਉੱਤੇ ਤੁਸੀਂ ਆਪਣੀ ਪਾਕ ਰੂਪ ਪੁੱਤਰ ਆਤਮਾ ਦੀ ਸ਼ਕਤੀ ਸਾਡੇ ਤੇ ਇੰਪਾਰਟ ਕਰੋ ਪਿਤਾ ਪਰਮੇਸ਼ਵਰ ਜੀ। ਅਜੇ ਪਾਕ ਰੂਪ ਪੁੱਤਰ ਆਤਮਾ ਜੀ ਅਸੀਂ ਸਾਡੇ ਸਾਰੇ ਤੁਹਾਡੇ ਹੱਥਾਂ 'ਚ ਬਾਈਬਲ ਸਟੱਡੀ ਦਿੰਦੇ ਹਾਂ ਅਤੇ ਸਾਰੀ ਸਾਡੀ ਮਦਦ ਕਰਨਾ ਅਤੇ ਇਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਚਲਾਉਣਾ। ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਆਮੀਨ ਐਂਡ ਆਮੀਨ। ਆਮੀਨ ਆਮੀਨ। ਸੋ ਸਾਡੇ ਨਾਲ ਜਿਹੜੇ ਰਮਨ ਭੈਣ ਆ ਉਹ ਸਾਨੂੰ ਇੱਕ ਛੋਟੇ ਜਿਹੇ ਪਰਮੇਸ਼ਵਰ ਦੇ ਅੱਗੇ ਅਸੀਂ ਬਹੁਤ ਹਲੀਮੀ ਦੇ ਨਾਲ ਕਹਿੰਦੇ ਹਾਂ ਕਿ ਉਹ ਸਾਨੂੰ ਲੈ ਕੇ ਜਾ ਰਹੇ ਆ ਪ੍ਰਭੂ ਦੀ ਵਰਸ਼ਿਪ ਦੇ ਵਿੱਚ। ਸੋ ਚਲੋ ਅੱਜ ਆਪਾਂ ਸੁਣੀਏ। ਆਮੀਨ। ਸੋ ਰਮਨ ਭੈਣ ਸਾਡੀ ਪਲੀਜ਼ ਸਾਡੀ ਮਦਦ ਕਰੋ ਇਨ ਵਰਸ਼ਿਪਿੰਗ ਦ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਜੈ ਮਸੀਹ ਦੀ। कितनी मौत शर्मिंदा यीशु होया ते जिंदा, कितनी मौत शर्मिंदा यीशु होया ते जिंदा। ओ ताया मुर प्याला पी के भी उठिया, ओ ताया मुर प्याला देखो पी उठिया, जी उठिया यीशु जी उठिया, जी उठिया यीशु जी उठिया। कितनी मौत शर्मिंदा यीशु होया ते जिंदा, कितनी मौत शर्मिंदा यीशु होया ते जिंदा। ओ ताया मुर प्याला वेखो पी उठिया, ओ ताया मुर प्याला वेखो पी उठिया, जी उठिया यीशु जी उठिया, जी उठिया यीशु जी उठिया। साडे गुनाह लई दित्ती जी निगाने, साडे गुनाह लई दित्ती जी निगाने, देखे कफारा सदा होया परमाणे, देखे कफारा सदा होया परमाणे। होया मौजूदा तिंजे दिन जी उठिया, होया मौजूदा तिंजे दिन जी उठिया, जी उठिया यीशु जी उठिया, जी उठिया यीशु जी उठिया। कितनी मौत शर्मिंदा यीशु होया ते जिंदा, कितनी मौत शर्मिंदा यीशु होया ते जिंदा। ओ ताया मुर प्याला वेखो पी उठिया, ओ ताया मुर प्याला वेखो पी उठिया, जी उठिया यीशु जी उठिया, जी उठिया यीशु जी उठिया। रखिया यीशु नू जिथे गोरी खाली हो गए, रखिया यीशु नू जिथे गोरी खाली हो गए। दुनिया दे विच पिया चोरी खाली हो गए, दुनिया दे विच पिया चोरी खाली हो गए। लोकी लैंदे कनी शोहा कौन जी उठिया, लोकी लैंदे कनी शोहा कौन जी उठिया, जी उठिया यीशु 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 जी उठिया। यीशु दी कबर ते खलोते जेड़े लोग ने, यीशु दी कबर ते खलोते जेड़े लोग
ਲੋਕ ਨੇ ਬੋਲ ਬੋਲ ਦਿੰਦੇ ਉਹਦੇ ਜੀਣ ਦਾ ਸਬੂਤ ਨੇ ਬੋਲ ਬੋਲ ਦਿੰਦੇ ਉਹਦੇ ਜੀਣ ਦਾ ਸਬੂਤ ਨੇ ਜਿਹਨੂੰ ਲੱਭਦੇ ਉਹ ਮੋਇਆਂ ਵਿੱਚੋਂ ਜੀ ਉੱਠਿਆ ਜਿਹਨੂੰ ਲੱਭਦੇ ਉਹ ਮੋਇਆਂ ਵਿੱਚੋਂ ਜੀ ਉੱਠਿਆ ਜੀ ਉੱਠਿਆ ਯਿਸੂ ਜੀ ਉੱਠਿਆ ਜੀ ਉੱਠਿਆ ਯਿਸੂ ਜੀ ਉੱਠਿਆ ਕਿਤੇ ਮੌਤ ਸ਼ਰਮਿੰਦਾ ਯਿਸੂ ਹੋਇਆ ਅੱਜ ਜ਼ਿੰਦਾ ਕਿਤੇ ਮੌਤ ਸ਼ਰਮਿੰਦਾ ਯਿਸੂ ਹੋਇਆ ਅੱਜ ਜ਼ਿੰਦਾ ਤਾਮਰ ਪਿਆਲਾ ਪੀ ਕੇ ਜੀ ਉੱਠਿਆ ਉਹ ਤਾਮਰ ਪਿਆਲਾ ਵੇਖੋ ਪੀ ਉੱਠਿਆ ਜੀ ਉੱਠਿਆ ਯਿਸੂ ਜੀ ਉੱਠਿਆ ਜੀ ਉੱਠਿਆ ਯਿਸੂ ਜੀ ਉੱਠਿਆ ਹਾਲੇਲੂਇਆ ਆਮੇਨ 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 ਦੇਖੋ ਪ੍ਰਭੂ ਯਿਸੂ ਨੂੰ ਹੁਣ ਬਾਪੂ ਜੀ ਤੁਸੀਂ ਮਿਊਟ ਕਰੋ ਆਪਣਾ ਫੋਨ ਹੁਣ ਆਪਾਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਨੂੰ ਜੀ ਉੱਠਣ ਦੇ ਲਈ ਇੱਕ ਕੀਮਤ ਚੁਕਾਉਣੀ ਪਈ ਆਮੇਨ ਅੱਜ ਆਪਾਂ ਪ੍ਰਭੂ ਦਾ ਧੰਨਵਾਦ ਆਖਦੇ ਹਾਂ ਪਰ ਆਪਾਂ ਯਾਦ ਕਰੋ ਕਿ ਪ੍ਰਭੂ ਯਿਸੂ ਨੇ ਉਹ ਸਭ ਕੁਝ ਜੋ ਅਸੀਂ ਕਹਿੰਦੇ ਹਾਂ ਜੀਸਸ ਇਜ਼ ਗੁੱਡ ਉਹਦੇ ਆਪਾਂ ਚੰਗਿਆਈ ਬਾਰੇ ਗੱਲ ਕਰਦੇ ਹਾਂ ਉਹਦੇ ਲਈ ਸਾਡੇ ਪਰਮੇਸ਼ਵਰ ਨੇ ਆਪਣੇ ਹੱਥਾਂ ਵਿੱਚ 6 ਇੰਚਾਂ ਦੀਆਂ ਕਿੱਲ ਕਢਾਏ ਆਮੇਨ ਸੋ ਦੇਖੋ ਹਰ ਚੀਜ਼ ਲਈ ਹਰ ਚੰਗਿਆਈ ਲਈ ਕਿਸੇ ਨੂੰ ਕੀਮਤ ਚੁਕਾਉਣੀ ਪੈਂਦੀ ਹੈ ਤੇ ਇਸ ਚੰਗਿਆਈ ਲਈ ਸਾਡੇ ਪ੍ਰਭੂ ਯਿਸੂ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਆਮੇਨ ਸੋ ਅੱਜ ਆਪਾਂ ਕੀ ਦੇਖਣ ਜਾ ਰਹੇ ਹਾਂ ਅੱਜ ਆਪਾਂ ਦੇਖਣ ਜਾ ਰਹੇ ਹਾਂ ਕਿ ਜੀਸਸ ਗੇਵ ਅਸ ਪਾਵਰ ਫॉर ਹਿਸ ਗਲੋਰੀ ਪ੍ਰਭੂ ਨੇ ਆਪਣੀ ਮਹਿਮਾ ਦੇ ਲਈ ਕਿ ਅਸੀਂ ਪ੍ਰਭੂ ਨੂੰ ਮਹਿਮਾ ਸਾਤੋਂ ਮਿਲ ਸਕੇ ਪ੍ਰਭੂ ਨੇ ਸਾਨੂੰ ਉਹਦੇ ਲਈ ਇੱਕ ਸ਼ਕਤੀ ਉੱਤੋਂ ਦਿੱਤੀ ਹੈ ਆਮੇਨ ਜਦੋਂ ਆਪਾਂ ਪਿਛਲੇ ਲਾਸਟ ਬਾਈਬਲ ਸਟੱਡੀ ਦੇ ਵਿੱਚ ਆਪਾਂ ਸਿੱਖਿਆ ਸੀਗਾ ਕਿ ਸਾਡੇ ਪਰਮੇਸ਼ਵਰ ਨੂੰ ਪਿਤਾ ਪਰਮੇਸ਼ਵਰ ਨੂੰ ਜੋ ਯਿਸੂ ਮਸੀਹ ਕਰਦੇ ਆ ਪਿਤਾ ਪਰਮੇਸ਼ਵਰ ਨੂੰ ਉਹਦੀ ਗਲੋਰੀ ਜਾਂਦੀ ਹੈ ਅਤੇ ਜੋ ਪ੍ਰਭੂ ਯਿਸੂ ਦੀ ਕਲੀਸਿਆ ਜਾਂ ਉਹਦਾ ਚਰਚ ਕਰਦਾ ਆ ਜੋ ਆਪਾਂ ਆ ਉਹਦੀ ਗਲੋਰੀ ਸਾਡੇ ਯਿਸੂ ਨੂੰ ਜਾਂਦੀ ਹੈ ਆਮੇਨ ਪਰ ਇਹਨੂੰ ਅਕੰਪਲਿਸ਼ ਕਰਨ ਦੇ ਲਈ ਕਿ ਪ੍ਰਭੂ ਯਿਸੂ ਨੂੰ ਗਲੋਰੀ ਜਾਵੇ ਇਹਦੇ ਅਕੰਪਲਿਸ਼ ਦੇ ਲਈ ਪ੍ਰਭੂ ਯਿਸੂ ਨੇ ਜਦੋਂ ਪਹਿਲਾਂ ਕਿ ਸਵਰਗਾਂ ਤੋਂ ਚੱਕਣ ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਇੱਕ ਚੇਲਿਆਂ ਨੂੰ ਇੱਕ ਹੁਕਮ ਦਿੱਤਾ ਸੀਗਾ ਅਤੇ ਆਪਾਂ ਉਹ ਦੇਖਣ ਜਾ ਰਹੇ ਹਾਂ ਬਾਈਬਲ ਦੇ ਵਿੱਚ ਕਿ ਹੁਕਮ ਕਿਹੜਾ ਸੀਗਾ ਸਾਡੇ ਭੈਣ ਰਮਨ ਸਾਡੇ ਨਾਲ ਆ ਉਹ ਸਾਡੀ ਹੈਲਪ ਕਰਦੇ ਆ ਪੰਜਾਬੀ ਵਿੱਚ ਪੜ੍ਹਨ ਦੇ ਲਈ ਅਤੇ ਉਹ ਐਕਟਸ ਚੈਪਟਰ 1 ਵਰਸ 4 to 5 ਸੋ ਚੇਲਿਆਂ ਦੀ ਕਰਤੱਵ ਪਹਿਲਾ ਚੈਪਟਰ ਉਹਦੀ 4 ਤੋਂ ਲੈ ਕੇ 5ਵੀਂ ਆਇਤ ਤੱਕ ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ ਕਿ ਹੁਕਮ ਕਿਹੜਾ ਦਿੱਤਾ ਸੀਗਾ ਪ੍ਰਭੂ ਯਿਸੂ ਨੇ ਸੋ ਬੇਟਾ ਪੜ੍ਹੋ ਪਲੀਜ਼ ਅਤੇ ਉਹਨਾਂ ਦੇ ਨਾਲ ਇਕੱਠੇ ਹੋ ਕੇ ਉਸਨੇ ਉਹਨਾਂ ਨੂੰ ਹੁਕਮ ਦਿੱਤਾ ਭਾਈ ਯਰੂਸ਼ਲਮ ਤੋਂ ਬਾਹਰ ਨਾ ਜਾਓ ਪਰ ਪਿਤਾ ਦੇ ਉਸ ਕਰਾਰ ਦੀ ਉਡੀਕ ਵਿੱਚ ਰਹੋ ਜਿਹਦੇ ਵਿਖੇ ਤੁਸਾਂ ਦੇਖੋ ਸੁਣਿਆ ਕਿਉਂ ਜੋ ਯਹੋਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜੇ ਦਿਨਾਂ ਪਿੱਛੋਂ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ ਆਮੇਨ ਸੋ ਇੱਥੇ ਪ੍ਰਭੂ ਯਿਸੂ ਆਪਣੇ ਚੇਲਿਆਂ ਨੂੰ ਇੱਕ ਹੁਕਮ ਦੇ ਰਿਹਾ ਕਿ ਤੁਸੀਂ ਇਹ ਜਰੂਸਲਮ ਨੂੰ ਛੱਡ ਕੇ ਹਜੇ ਕਿਤੇ ਨਹੀਂ ਜਾਵਾਂਗਾ ਤੁਸੀਂ ਇੱਥੇ ਹੀ ਰਹਿਣਾ ਆ ਕਿਉਂਕਿ ਤੁਹਾਨੂੰ ਬਪਤਿਸਮਾ ਪੁੱਤਰ ਆਤਮਾ ਜੀ ਦਾ ਦਿੱਤਾ ਜਾਵੇਗਾ ਪਰ ਉਹ ਕਿਸ ਦੇ ਲਈ ਦੇਣਾ ਸੀਗਾ ਕਿੱਦਾਂ ਕਿਉਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇੱਥੇ ਰੁਕੋ ਪਰ ਉਹ ਪੁੱਤਰ ਆਤਮਾ ਦੇ ਨਾਲ ਕੀ ਹੁੰਦਾ ਆਪਾਂ ਹੁਣ ਇਹ ਦੇਖਦੇ ਹਾਂ ਕਿ ਲੂਕਾ ਦੀ ਕਿਤਾਬ 24ਵਾਂ ਚੈਪਟਰ ਤੇ ਉਹਦੀ 49 ਵਰਸ ਦੇਖਦੇ ਹਾਂ ਲੂਕ ਚੈਪਟਰ 24 ਵਰਸ 49 ਮੈਂ ਮੋਸਟਲੀ ਕਹਿੰਦੀ ਹੁੰਦੀ ਹਾਂ ਕਿ ਜਿਹੜੀ ਲੂਕਾ ਦਾ ਜਿਹੜਾ ਸੰਤ ਲੂਕਾ ਦੀ ਕਿਤਾਬ ਆ ਇਹਦੀ ਜਿਹੜੀ ਐਕਸਟੈਂਸ਼ਨ ਆ ਇਹ ਚੇਲਿਆਂ ਦੀ ਕਿਤਾਬ ਦੇ ਵਿੱਚ ਮਤਲਬ ਕਿ ਜੋ ਜਿਸ ਲੂਕ ਨੇ ਹੀ ਜੋ ਡਾਕਟਰ ਸੀਗੇ ਸੰਤ ਲੂਕਾ ਨੇ ਹੀ ਲੂਕਾ ਦੀ ਕਿਤਾਬ ਲਿਖੀ ਆ ਤੇ ਸੰਤ ਲੂਕਾ ਨੇ ਬੁੱਕ ਆਫ ਐਕਟਸ ਜਿਹੜੇ ਕਿ ਚੇਲਿਆਂ ਦੀ ਕਰਤੱਵਿਆ ਆ ਇੱਕ ਹੀ ਸੇਮ ਆਥਰ ਆ ਜਿਹਨੇ ਲਿਖੀ ਹੋਈ ਆ ਸੋ ਦੇਖਣਾ ਅਗਰ ਤੁਸੀਂ ਲੂਕ ਦੀ ਕਿਤਾਬ ਪੜ੍ਹਦੇ ਤੁਸੀਂ ਆਟੋਮੈਟਿਕਲੀ ਤੁਸੀਂ ਜਦੋਂ ਚੇਲਿਆਂ ਦੀ ਕਿਤਾਬ 'ਚ ਜਾਂਦੇ ਆ ਏਦਾਂ ਕਰਦੇ ਆ ਇਟਸ ਅ ਕੰਟੀਨਿਊਸ ਸੋ ਇਹ ਤੁਹਾਡੀ ਸਿਰਫ ਇੱਕ ਤੁਹਾਡੀ ਅੰਡਰਸਟੈਂਡਿੰਗ ਲਈ ਮੈਂ ਦਿੰਦੀ ਆ ਪਰ ਹੁਣ ਆਪਾਂ ਚਲੋ ਲੂਕ ਚੈਪਟਰ 24 ਵਰਸ 49 ਦੇਖਦੇ ਆ ਕਿ ਉਹ ਪ੍ਰਭੂ ਯਿਸੂ ਨੇ ਉਹਨਾਂ ਨੂੰ ਹੁਕਮ ਕਿਉਂ ਦਿੱਤਾ ਸੀਗਾ ਕਿ ਇਹ ਤੁਸੀਂ ਇੱਥੇ ਰੁਕੋ ਅਤੇ ਤੁਹਾਡੇ ਉੱਤੇ ਕੀ ਹੋਵੇਗਾ ਸੋ ਸਾਡੇ ਭੈਣ ਸਾਨੂੰ ਪੜ੍ਹ ਕੇ ਸੁਣਾਉਣਗੇ ਲੂਕ ਚੈਪਟਰ 24 ਵਰਸ 49 ਪਲੀਜ਼ 49 ਪੜ੍ਹਿਓ ਪਲੀਜ਼ ਅਤੇ ਵੇਖੋ ਮੈਂ ਆਪਣੇ ਪਿਤਾ ਦਾ ਕਰਾਰ ਤੁਹਾਡੇ ਉੱਤੇ ਘੱਲਦਾ ਹਾਂ ਪਰ ਜਦ ਤੀਕਰ ਤੁਸੀਂ ਉੱਪਰੋਂ ਸ਼ਕਤੀ ਨਾ ਪਾਓ ਸ਼ਹਿਰ ਵਿੱਚ ਰਹੋ ਆਮੀਨ ਕਿ ਉਹ ਕਹਿੰਦੇ ਕਿ ਤੁਸੀਂ ਆਪਣੇ ਜਰੂਸਲਮ ਤੋਂ ਦੂਰ ਨਹੀਂ ਜਾਣਾ
ਕਿਉਂਕਿ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਮਿਲੇਗਾ। ਪਰ ਜਦੋਂ ਤੁਸੀਂ ਪਵਿੱਤਰ ਆਤਮਾ ਤੁਹਾਨੂੰ ਬਪਤਿਸਮਾ ਮਿਲੇਗਾ, ਉਹ ਕੀ ਹੋਊਗਾ, ਤੁਹਾਡੇ ਉੱਤੇ ਉੱਤੋਂ ਇੱਕ ਸ਼ਕਤੀ ਆਵੇਗੀ। ਤੁਸੀਂ ਉਹ ਕਹਿੰਦਾ ਕਿ ਮੈਂ ਤੁਹਾਡੇ ਜਿੰਨ 'ਚ ਤੁਹਾਡੇ ਤੇ ਸ਼ਕਤੀ ਨਹੀਂ ਆਉਂਦੀ, ਤੁਸੀਂ ਬਾਹਰ ਨਹੀਂ ਜਾਣਾ, ਕਿਉਂਕਿ ਪ੍ਰਭੂ ਯਿਸੂ ਨੂੰ ਪਤਾ ਸੀਗਾ ਕਿ ਅਸੀਂ ਕੁਝ ਵੀ ਉਸ ਸ਼ਕਤੀ ਤੋਂ ਬਗੈਰ ਇੱਥੇ ਕਰ ਨਹੀਂ ਸਕਦੇਗੇ। ਆਮੇਨ। ਟੂ ਗਿਵ ਅਸ ਦ ਪਾਵਰ, ਕਿ ਸਾਡੇ ਉੱਤੋਂ ਦੀ ਪਾਵਰ ਆਵੇ, ਉਹਦੇ ਲਈ ਸਾਡੇ ਪ੍ਰਭੂ ਯਿਸੂ ਨੇ ਇੱਕ ਕੀਮਤ ਚੁਕਾਈ। ਉਹਦੇ ਲਈ ਪ੍ਰਭੂ ਯਿਸੂ ਕ੍ਰੂਸੀਫਾਈ ਹੋਏ ਤਾਂ ਕਿ ਮੈਨੂੰ ਤੁਹਾਨੂੰ ਉਹਦੀ ਕਲੀਸਿਆ ਦੇ ਉੱਤੇ ਉਹ ਸ਼ਕਤੀ ਆ ਸਕੇ, ਤਾਂ ਕਿ ਅਸੀਂ ਪ੍ਰਭੂ ਯਿਸੂ ਦੇ ਵਿੱਚ ਬਪਤਿਸਮਾ ਲੈ ਸਕੀਏ। ਆਮੇਨ। ਸੋ ਆਪਾਂ ਇੱਥੇ ਦੇਖਦੇ ਹਾਂ ਕਿ ਜਦੋਂ ਇਹ ਸਾਨੂੰ ਇਹ ਪਾਵਰ ਸਾਡੇ ਲਈ ਕਿਉਂ ਦਿੱਤੀ ਜਾਂਦੀ ਹੈ। ਆਪਾਂ ਸਾਰੇ ਕਹਿੰਦੇ ਹੈ ਪ੍ਰਭੂ ਜੀ ਮੈਨੂੰ ਸ਼ਕਤੀ ਦੇ, ਮੈਨੂੰ ਸ਼ਕਤੀ ਦੇ, ਪਰ ਸ਼ਕਤੀ ਲੈਣੀ ਕਿਸ ਲਈ ਹੈ, ਸ਼ਕਤੀ ਕਿਉਂ ਸਾਨੂੰ ਦਿੱਤੀ ਜਾਂਦੀ ਹੈ। ਸੋ ਆਪਾਂ ਇਹ ਦੇਖਣ ਜਾ ਰਹੇ ਹਾਂ, ਵੀ ਆਰ ਗੋਇੰਗ ਟੂ ਡੂ, ਵਾਟ ਆਰ ਵੀ ਗੋਇੰਗ ਟੂ ਡੂ ਵਿਦ ਦਿਸ ਪਾਵਰ। ਅਸੀਂ ਇਸ ਸ਼ਕਤੀ ਨਾਲ ਕਰਨਾ ਕੀ ਹੈ। ਏਦਾਂ ਹੀ ਤੁਸੀਂ ਸੰਤ ਮਰਕਸ ਦੇ ਵਿੱਚ 16 ਚੈਪਟਰ 15ਵੀਂ ਆਇਤ ਤੇ ਜਾ ਕੇ ਦੇਖੋ ਕਿ ਉੱਥੇ ਸਾਨੂੰ ਪ੍ਰਭੂ ਯਿਸੂ ਨੇ ਕੀ ਦੱਸਿਆ ਕਿ ਇਹ ਸ਼ਕਤੀ ਜਦੋਂ ਮੈਂ ਤੁਹਾਨੂੰ ਦਊਂਗਾ, ਉਹ ਇਸ ਸ਼ਕਤੀ ਦੇ ਨਾਲ ਫਿਰ ਤੁਸੀਂ ਇੱਕ ਕੰਮ ਕਰਨੇ ਆ। ਇਹ ਸ਼ਕਤੀ ਲੈ ਕੇ ਬੈਠ ਨਹੀਂ ਜਾਣਾਗਾ, ਕਿਉਂਕਿ ਉਹ ਸ਼ਕਤੀ ਸਟੇਲ ਹੋ ਜਾਣੀ ਆ। ਇਹ ਸ਼ਕਤੀ ਨੂੰ ਜਿੰਨਾ ਹੀ ਆਪਾਂ ਵਰਤਾਂਗੇ ਓਨੀ ਇਹ ਸ਼ਕਤੀ ਵਧੇਗੀ। ਆਮੇਨ। ਸੋ ਸਾਡੀ ਹੈਲਪ ਕਰਨਗੇ ਸੰਤ ਮਰਕਸ 16 ਚੈਪਟਰ ਉਹਦੀ 15ਵੀਂ ਆਇਤ ਪਲੀਜ਼ ਪੜ੍ਹੋ ਕੇ ਸੁਣਾਇਓ ਸਾਨੂੰ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਸਾਰੇ ਜਗਤ ਵਿੱਚ ਜਾ ਕੇ ਸਰਬਤ ਸ੍ਰੇਸ਼ਟ ਦੇ ਸਾਹਮਣੇ ਖੁਸ਼ਖਬਰੀ ਦਾ ਪ੍ਰਚਾਰ ਕਰੋ। ਆਮੀਨ। ਆਮੇਨ। ਕਿ ਇਹ ਸ਼ਕਤੀ ਦੇ ਨਾਲ ਜਾ ਕੇ ਅਸੀਂ ਉੱਥੇ ਲੋਕਾਂ ਨੂੰ ਪ੍ਰਭੂ ਯਿਸੂ ਦੀ ਸ਼ੁਭ ਖੁਸ਼ਖਬਰੀ ਜਾ ਕੇ ਅਸੀਂ ਦੱਸਣੀ ਹੈ ਕਿ ਪ੍ਰਭੂ ਯਿਸੂ ਕੌਣ ਆ, ਕਿੱਦਾਂ ਆ। ਤੇ ਇਹਦੇ ਲਈ ਜਦੋਂ ਜੋ ਆਪਾਂ ਵੀ ਹੈ, ਜਦੋਂ ਆਪਾਂ ਨੂੰ ਮੁੜ ਕੇ ਜੋ ਜੀਵਨ ਮਿਲਿਆ ਆ, ਕਿਸੇ ਨੂੰ ਇਸ ਜੀਵਨ ਦਾ, ਇਹ ਜਿਹੜਾ ਆਪਾਂ ਨਇਆ ਆਤਮਿਕ ਜੀਵਨ ਮਿਲਿਆ ਆ, ਜਿਹੜਾ ਆਪਾਂ ਅੰਗਰੇਜ਼ੀ ਚ ਕਹਿੰਦੇ ਆ ਵੀ ਹੈਵ ਬੋਰਨ ਅਗੇਨ, ਕਿਸੇ ਨੂੰ ਇਹਦੀ ਲਈ ਕੀਮਤ ਚੁਕਾਣੀ ਪਈ। ਇਹਦੇ ਲਈ ਸਾਡੇ ਪ੍ਰਭੂ ਯਿਸੂ ਦੇ ਸਾਈਡ ਤੇ ਨੇਜ਼ਾ ਮਾਰਿਆ ਗਿਆ, ਜਿੱਥੇ ਕਿ ਪਾਣੀ ਅਤੇ ਖੂਨ ਦੀਆਂ ਨਦੀਆਂ ਬਹੀਆਂ ਸਾਡੇ ਲਈ। ਤੇ ਪ੍ਰਭੂ ਯਿਸੂ ਗਾਂ ਕੀ ਕਹਿੰਦੇ ਕਿ ਜਿਹੜੇ ਇਹਦੇ ਵਿੱਚ ਬਲੀਵ ਕਰਨਗੇ, ਜਿਹੜੇ ਇਹਦੇ ਵਿੱਚ ਯਕੀਨ ਕਰਨਗੇ, ਉਹਨਾਂ ਉੱਤੇ ਸਾਈਨਸ ਹੋਣਗੇ। ਇਹ ਸਾਨੂੰ ਭੈਣ ਪੜ੍ਹ ਕੇ ਸੁਣਾਉਣਗੇ। ਇਹਦਾ ਹੀ 16ਵਾਂ ਤੇ 17ਵੀਂ ਆਇਤ ਸਾਨੂੰ ਪੜ੍ਹ ਕੇ ਸੁਣਾਇਓ ਸੰਤ ਮਰਕਸ ਦੀ ਚੈਪਟਰ 16 ਦਾ ਪਲੀਜ਼। 17ਵੀਂ ਆਇਤ 16 ਐਂਡ 17 ਹਾਂਜੀ। ਜਿਹੜਾ ਨੇਚਾ ਕਰੇ ਉਹ ਤੇ ਬਪਤਿਸਮਾ ਲਵੇ, ਉਹ ਬਚਾਇਆ ਜਾਵੇਗਾ, ਪਰ ਜਿਹੜਾ ਪ੍ਰਤੀਤ ਨਾ ਕਰੇ ਉਸ ਉੱਤੇ ਸਜ਼ਾ ਦਾ ਹੁਕਮ ਕੀਤਾ ਜਾਵੇਗਾ। ਅਤੇ ਨਿਹਚਾ ਕਰਨ ਵਾਲਿਆਂ ਦੇ ਨਾਲ ਨਾਲ ਇਹ ਨਿਸ਼ਾਨ ਹੋਣਗੇ, ਜੋ ਉਹ ਮੇਰਾ ਨਾਮ ਲੈ ਕੇ ਭੂਤਾਂ ਨੂੰ ਕੱਢਣਗੇ, ਉਹ ਨਵੀਆਂ ਬੋਲੀਆਂ ਬੋਲਣਗੇ। ਆਮੀਨ। ਆਮੇਨ। ਸੋ ਪ੍ਰਭੂ ਯਿਸੂ ਸਾਨੂੰ ਕੀ ਦੱਸਦੇ ਕਿ ਜਿਹੜੇ ਉਹਨਾਂ ਵਿੱਚ ਬਲੀਵ ਕਰਨਗੇ, ਜਿਹੜੇ ਉਹਨਾਂ ਵਿੱਚ ਵਿਸ਼ਵਾਸ ਕਰਨਗੇ, ਉਹ ਉਸ ਪਾਵਰ ਨਾਲ ਕਲੋਥ ਕੀਤੇ ਜਾਣਗੇ ਅਤੇ ਉਹਨਾਂ ਦੇ ਨਾਲ ਇਹ ਚਿੰਨ੍ਹ ਨਾਲ ਹੋਣਗੇ, ਚਿੰਨ੍ਹ ਦਿਖਾਈ ਦੇਣਗੇ। ਅਗਰ ਉਸ ਪ੍ਰਭੂ ਯਿਸੂ ਦੀ ਕਲੀਸਿਆ ਨਾਲ ਇਹ ਚਿੰਨ੍ਹ ਨਹੀਂ ਦਿਖਾਈ ਦੇ ਰਹੇ, ਦੈਟ ਮੀਨਸ ਕਿ ਅਸੀਂ ਪੂਰੀ ਤਰ੍ਹਾਂ ਹਜੇ ਪ੍ਰਭੂ ਯਿਸੂ ਦੀ ਪਾਵਰ ਦੇ ਨਾਲ ਕਲੋਜ਼ ਹੋਏ ਨਹੀਂ ਗਏ। ਸਾਡੇ ਉੱਤੇ ਪਾਕ ਰੂਪ ਪਵਿੱਤਰ ਆਤਮਾ, ਉਹਦੀ ਜਿਹੜੀ ਸ਼ਕਤੀ ਹੈ ਸਾਡੇ ਉੱਤੇ ਹੋਣੀ ਜ਼ਰੂਰੀ ਹੈ। ਜਦੋਂ ਸਾਡੇ 'ਚ ਉਹ ਸ਼ਕਤੀ ਆਉਂਦੀ ਹੈ ਤਦ ਹੀ ਪਰਮੇਸ਼ਵਰ ਦੇ ਵੱਡੇ ਵੱਡੇ ਕੰਮ ਹੁੰਦੇ ਨੇ। ਆਮੇਨ। ਸੋ ਆਪਾਂ ਇਹ ਪ੍ਰਭੂ ਦੇ ਵਿੱਚ ਕੀ ਸਾਨੂੰ ਸਿਖਾਇਆ ਗਿਆ ਕਿ until we are not clothed by the power of the Holy Spirit, we cannot do all these great works. ਸਾਨੂੰ ਇਹ ਸ਼ਕਤੀ ਜ਼ਰੂਰੀ ਹੈ ਤੇ ਇਸੇ ਸ਼ਕਤੀ ਦੇ ਨਾਲ ਸਾਡੇ ਪ੍ਰਭੂ ਯਿਸੂ ਦਾ ਨਾਮ ਮਹਾਨ ਹੁੰਦਾ ਆ। ਇਸੇ ਸ਼ਕਤੀ ਦੇ ਨਾਲ ਅਸੀਂ ਉਹ ਗੰਦੀਆਂ ਰੂਹਾਂ ਨੂੰ ਦੂਰ ਕਰਦੇ, ਇਸੇ ਸ਼ਕਤੀ ਦੇ ਨਾਲ ਬਿਮਾਰਾਂ ਨੂੰ ਤੇ ਦੁਆ ਕਰਦੇ ਆ, ਬਿਮਾਰ ਚੰਗੇ ਹੁੰਦੇ ਨੇ। ਇਸੇ ਸ਼ਕਤੀ ਦੇ ਨਾਲ ਪ੍ਰਭੂ ਦੀ ਜਿਹੜੀ ਕਲੀਸਿਆ ਆ, ਇਸੇ ਸ਼ਕਤੀ ਦੇ ਨਾਲ ਚੱਲਣੀ ਚਾਹੀਦੀ ਹੈ। ਇਹ ਸਾਡੇ ਚਿੰਨ੍ਹ ਆ, ਸਾਡੇ ਵਿੱਚ ਇਹ ਫਰਕ ਆ ਦੂਸਰੇ ਧਰਮਾਂ ਦੇ ਨਾਲੋਂ। ਤੇ ਇਹਦੇ ਵਿੱਚ ਕਿਉਂਕਿ ਜਿਹੜੀ ਮਸੀਹ ਆ ਉਹ ਧਰਮ ਨਹੀਂ, ਮਸੀਹ ਇੱਕ ਰਿਸ਼ਤਾ ਆ। ਅਸੀਂ ਆਪਣੇ ਪਰਮੇਸ਼ਵਰ ਨਾਲ ਸਾਡਾ ਰਿਸ਼ਤਾ ਜੁੜਿਆ ਹੋਇਆ ਆ। ਆਮੇਨ। ਸੋ ਹੁਣ ਆਪਾਂ ਦੱਸਦਾ ਨੂੰ ਪ੍ਰਭੂ ਜੀ ਦੱਸਦੇ ਆ ਕਿ ਇਹ ਜਿਹੜੀ ਸ਼ਕਤੀ ਆ ਇਹ ਕੀ ਕਰਨ ਦੇ ਲਈ ਆ। ਕਿ ਆਪਾਂ ਇਹ ਬਹੁਤ ਫੇਮਸ ਆਇਤ ਹੈ ਜਿਹੜੇ ਹੁਣ ਗਾਂ ਆਪਣੇ ਰਮਨ ਭੈਣ ਸਾਨੂੰ ਪੜ੍ਹ ਕੇ ਸੁਣਾ ਰਹੇ ਆ। ਇਹ ਸੰਤ ਮਤੀ 10ਵਾਂ ਚੈਪਟਰ ਉਹਦੀ ਪਹਿਲੀ ਆਇਤ ਆਪਾਂ ਦੇਖਦੇ ਆ ਕਿ ਉੱਥੇ ਪ੍ਰਭੂ ਯਿਸੂ ਉੱਥੇ ਆਪਣੇ ਚੇਲਿਆਂ ਨੂੰ ਉਹ ਕਿਸ ਲਈ ਇਹ ਸ਼ਕਤੀ ਦਿੱਤੀ ਸੀ। ਆਮੇਨ। ਸੋ ਮੈਥਿਊ ਚੈਪਟਰ 10 verse 1 ਪਲੀਜ਼ ਦੇਖਾਂਗੇ। ਉਸਨੇ ਆਪਣੇ 12 ਚੇਲਿਆਂ ਨੂੰ ਕੋਲ ਸੱਦ ਕੇ
ਉਹਨਾਂ ਨੂੰ ਇਸ਼ਤਿਹਾਰ ਦਿੱਤਾ ਜੋ ਭ੍ਰਿਸ਼ਟ ਆਤਮਾ ਨੂੰ ਕੱਢਣ ਅਤੇ ਸਾਰੇ ਰੋਗ ਅਤੇ ਸਾਰੀ ਮਾਦਗੀ ਨੂੰ ਦੂਰ ਕਰਨ। Amen. So ਹੁਣ ਜੋ ਭੈਣ ਪੜ੍ਹ ਕੇ ਗਏ ਥੋੜੀ ਜੀ ਅੰਗਰੇਜ਼ੀ ਡਿਫਰੈਂਟ ਲਿਖੀ ਹੋਈ ਹੈ। ਅੰਗਰੇਜ਼ੀ ਚ ਲਿਖਿਆ ਹੋਇਆ ਆ ਕਿ that Jesus gave them the power against evil spirits, ਮਤਲਬ ਕਿ ਅਸ਼ੁੱਧ ਆਤਮਾ ਦੇ ਵਿਰੁੱਧ, ਉਹਦੇ ਵਿਰੁੱਧ ਖੜੇ ਹੋਣਾ। ਹਾਂ ਕੱਢਣਾ ਆ, ਪਰ ਜਿਹੜੀ ਅੰਗਰੇਜ਼ੀ ਉਹ ਥੋੜੀ ਜਿਹੀ ਜ਼ਿਆਦਾ ਡੂੰਘਾਈ ਵਿੱਚ ਜਾਂਦੀ ਕਿ ਮਤਲਬ ਕਿ ਅਸੀਂ ਜਿਹੜੀਆਂ ਗੰਦੀਆਂ ਰੂਹਾਂ ਆ ਇਹਨਾਂ ਦੇ ਅਸੀਂ ਵਿਰੁੱਧ ਖੜੇ ਹੁੰਦੇ ਹਾਂ, ਅਸੀਂ ਇਹਨਾਂ ਦੇ ਨਾਲ ਨਹੀਂ, ਇਹਨਾਂ ਦੇ ਅਗੇਂਸਟ ਜਦੋਂ ਆਪਾਂ ਖੜੇ ਹੁੰਦੇ ਆ ਫਿਰ ਮਤਲਬ ਕਿ ਸਾਡਾ ਇੱਕ ਟਾਕਰਾ ਹੁੰਦਾ ਆ ਇਹਦੇ ਤੋਂ ਕਿ ਇੱਕ ਚੀਜ਼ ਨੂੰ ਹਾਰਨਾ ਪੈਣਾ ਹੈ। ਐਂਡ ਸਾਨੂੰ ਪਤਾ ਹੈ ਕਿ ਜਿਹੜੀ ਪਰਮੇਸ਼ਵਰ ਦੀ ਪਾਕ ਰੂਪ ਪੁੱਤਰ ਆਤਮਾ ਆ, ਹੀ ਇਜ਼ ਦ ਮੋਸਟ ਸ਼ਕਤੀਸ਼ਾਲੀ ਆਤਮਾ ਇਨ ਦ ਵਰਲਡ। ਆਮੇਨ। ਕਿ ਜਦੋਂ ਅਸੀਂ ਉਸ ਪਾਕ ਰੂਪ ਪੁੱਤਰ ਆਤਮਾ ਦੇ ਸ਼ਕਤੀ ਦੇ ਨਾਲ ਪੂਰੇ ਭਰੇ ਜਾਂਦੇ ਆ, ਸਾਡੇ ਸਾਹਮਣੇ ਕੋਈ ਵੀ ਅਸ਼ੁੱਧ ਆਤਮਾ ਖੜੀ ਨਹੀਂ ਹੋ ਸਕਦੀਗੀ। ਆਮੇਨ। ਸੋ ਅਸੀਂ ਆਪਣੇ ਆਪ ਨੂੰ ਸੋਚੋ ਕਿ ਜਦੋਂ ਫਿਰ ਅਸੀਂ ਜਿਹੜੀ ਪਾਵਰਟੀ ਹੈ, ਜਿਹੜੀ ਗਰੀਬੀ ਹੈ, ਉਹ ਵੀ ਤਾਂ ਇੱਕ ਅਸ਼ੁੱਧ ਆਤਮਾ ਆ ਕਿ ਨਹੀਂ? ਅਸੀਂ ਉਹਨੂੰ ਐਕਸੈਪਟ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਗਰੀਬੀ ਆ ਉਹ ਪਰਮੇਸ਼ਰ ਵੱਲੋਂ ਨਹੀਂ ਗੀ, ਉਹ ਅਸ਼ੁੱਧ ਆਤਮਾ ਆ। ਫਿਰ ਅਸੀਂ ਪੂਰੇ ਦਲੇਰੀ ਦੇ ਨਾਲ ਏਦਾਂ ਦੀ ਗੰਦੀ ਰੂਹ ਨੂੰ ਯਿਸੂ ਕੇ ਨਾਮ ਅਸੀਂ ਦੁਦਕਾਰਦੇ ਆ। ਐਨੀ ਜੋ ਘਰ ਦੇ ਵਿੱਚ ਜੋ ਲੜਾਈ ਆ, ਜੋ ਮੀਆਂ ਬੀਵੀ ਵਿੱਚ ਪ੍ਰੋਬਲਮਸ ਆ, ਇਹ ਕੋਈ ਪ੍ਰਭੂ ਦੇ ਸਵਰਗਾ ਵੱਲੋਂ ਨਹੀਂ, ਇਹ ਇੱਕ ਅਸ਼ੁੱਧ ਆਤਮਾ ਘਰ ਦੇ ਵਿੱਚ ਫਸੀ ਹੋਈ ਆ। ਸੋ ਅਸੀਂ ਉਸ ਪਾਵਰ ਦੇ ਨਾਲ ਕਲੋਥ ਹੋ ਕੇ we can rebuke it in Jesus mighty name. Amen. ਸਾਨੂੰ ਵਚਨ ਦੇ ਵਿੱਚ ਲਿਖਿਆ ਹੈ, ਸਾਨੂੰ ਦੱਸਿਆ ਗਿਆ ਪ੍ਰਭੂ ਯਿਸੂ ਨੇ ਕਿ ਜੋ ਤੁਸੀਂ ਧਰਤੀ ਤੇ ਬੰਨੋਗੇ ਉਹ ਸਵਰਗਾਂ ਦੇ ਵਿੱਚ ਬੰਨਿਆ ਜਾਵੇਗਾ ਅਤੇ ਜੋ ਤੁਸੀਂ ਧਰਤੀ ਤੇ ਛੁਡਾਓਗੇ ਉਹ ਸਵਰਗਾਂ ਛੁਡਾਇਆ ਜਾਏਗਾ। ਸੋ ਮੈਂ ਯਿਸੂ ਕੇ ਨਾਮ ਚ ਇਹ ਕਹਿੰਦੀ ਹਾਂ ਕਿ ਕਿਸੇ ਦੇ ਘਰੇ ਕੋਈ ਲੜਾਈ ਆ, ਕੋਈ ਪ੍ਰੋਬਲਮ ਆ, ਕੋਈ ਗਰੀਬੀ ਆ, ਅਸੀਂ ਹਰ ਉਹ ਚੀਜ਼ ਯਿਸੂ ਕੇ ਨਾਮ ਕੈਂਸਲ ਕਰਦੇ ਹਾਂ। ਯਿਸੂ ਕੇ ਨਾਮ ਇੱਥੇ ਕਿਸੇ ਨੂੰ ਕੋਈ ਕਿਸੇ ਦੇ ਘਰ ਚ ਬਿਮਾਰੀ ਆ, ਜੋ ਪੀੜ੍ਹੀਆਂ ਸੇਮ ਬਿਮਾਰੀ ਆ ਰਹੀ ਆ, ਉਹ ਅਸੀਂ ਜਨਰੇਸ਼ਨਲ ਕਰਸਿਸ ਨੂੰ ਅਸੀਂ ਉਹ ਜਿਹੜੀਆਂ ਪੀੜ੍ਹੀ ਬੇ ਪੀੜ੍ਹੀ ਜਿਹੜੀਆਂ ਸ਼ਰਾਪ ਆ ਰਿਹਾ ਆ, ਅਸੀਂ ਯਿਸੂ ਕੇ ਨਾਮ ਅਸੀਂ ਕੈਂਸਲ ਕਰਦੇ ਹਾਂ। ਅਸੀਂ ਉਹਦਾ ਕੋਈ ਵੀ ਸਾਡੇ ਤੇ ਹੱਕ ਨਹੀਂ ਯਿਸੂ ਕੇ ਨਾਮ ਚ। ਆਮੇਨ। ਸੋ ਸਾਡੇ ਜਿਹੜਾ ਪਰਮੇਸ਼ਵਰ ਆ ਉਹਨੇ ਸਾਨੂੰ ਬਹੁਤ ਪਾਵਰ ਦਿੱਤੀ ਹੈ ਅਗਰ ਅਸੀਂ ਉਸ ਪਾਵਰ ਨੂੰ ਪਹਿਚਾਨੀਏ। ਆਮੇਨ। ਸੋ ਆਪਾਂ ਉਸ ਪਰਮੇਸ਼ਵਰ ਦੇ ਬੱਚੇ ਆ ਜੋ ਕਹਿੰਦਾ ਕਿ ਮੈਂ ਆਇਆ ਆ ਤੇ ਜ਼ਿੰਦਗੀ ਦੇਣ, ਕੱਲੀ ਜ਼ਿੰਦਗੀ ਨਹੀਂ ਬਹੁਤ ਜ਼ਿੰਦਗੀ ਦੇਣ ਆਇਆ ਆ। ਉਹ ਜ਼ਿੰਦਗੀ ਕਦ ਆਪਾਂ ਇੰਜੋਏ ਕਰਦੇ ਆ? ਜਦੋਂ ਅਸੀਂ ਪ੍ਰਭੂ ਯਿਸੂ ਦੇ ਵਿੱਚ ਆਉਂਦੇ ਆ, ਆਪਾਂ ਸਭ ਦੂਸਰੀਆਂ ਚੀਜ਼ਾਂ ਨੂੰ ਇਨਕਾਰ ਕਰਦੇ ਆ ਅਤੇ ਰਿਸੀਵ ਕਰਦੇ ਆ ਪਾਕ ਰੂਪ ਪਵਿੱਤਰ ਆਤਮਾ ਜੀ ਦੀ ਆਪਾਂ ਬੈਪਟਿਜ਼ਮ। ਐਂਡ ਜਦੋਂ ਸਾਨੂੰ ਪ੍ਰਭੂ ਯਿਸੂ ਆਪਣੀ ਪਾਵਰ ਦੇ ਨਾਲ ਸਾਨੂੰ ਕਲੋਥ ਕਰਦੇ ਆ, we can stand against any evil spirit, all the evil spirits ਸਾਨੂੰ ਕੋਈ ਹੱਥ ਚੀਜ਼ ਨਹੀਂ ਲਾ ਸਕਦੀ ਅਗਰ ਅਸੀਂ ਮੰਨੀਏ। ਅਤੇ ਜਦੋਂ ਅਸੀਂ ਆਪਣੇ ਪ੍ਰਭੂ ਯਿਸੂ ਦੇ ਨਾਲ ਚੱਲਦੇ ਆ ਤੇ ਜਿੱਦਾਂ ਪ੍ਰਭੂ ਯਿਸੂ ਨੇ ਸੰਤ ਯੋਹੰਨਾ 14:30 ਦੇ ਵਿੱਚ ਏਦਾਂ ਕਿਹਾ ਸੀ ਕਿ ਜਿਹੜਾ ਸ਼ੈਤਾਨ ਆ ਉਹਦਾ ਮੇਰੇ ਉੱਤੇ ਕੋਈ ਵੀ ਅਧਿਕਾਰ ਨਹੀਂ। Satan has no say in my life। ਉਹਦੇ ਵਿੱਚ ਕੋਈ ਵੀ, ਅੰਗਰੇਜ਼ੀ ਵਿੱਚ ਬਹੁਤ ਸੋਹਣੀ ਤਰ੍ਹਾਂ ਲਿਖਿਆ ਪਰ ਉਹਦੀ ਮੈਂ ਪੰਜਾਬੀ ਬਣਾ ਕੇ ਦੱਸਦੀ ਹਾਂ। ਕਹਿੰਦੇ ਕਿ ਸ਼ੈਤਾਨ has no ਅਧਿਕਾਰ, ਕੋਈ ਵੀ ਅਧਿਕਾਰ ਮੇਰੇ ਵਿੱਚ ਨਹੀਂ। ਏਦਾਂ ਹੀ ਅਸੀਂ ਪ੍ਰਭੂ ਯਿਸੂ ਦੇ ਬੱਚੇ ਆ। ਅਗਰ ਪ੍ਰਭੂ ਯਿਸੂ ਤੇ ਉਹਦਾ ਕੋਈ ਅਧਿਕਾਰ ਨਹੀਂ ਅਤੇ ਜੋ ਪ੍ਰਭੂ ਯਿਸੂ ਦੇ ਖੂਨ ਦੇ ਨਾਲ ਖਰੀਦੇ ਗਏ ਨੇ ਉਹਨਾਂ ਉੱਤੇ ਵੀ ਸ਼ੈਤਾਨ ਕੋਈ ਵੀ ਹਾਫੀ ਨਹੀਂ ਹੋ ਸਕਦਾ। ਆਮੇਨ। ਸੋ ਆਪਾਂ ਮੁੜ ਕੇ ਫਿਰ ਕੀ ਦੇਖਦੇ ਕਿ ਜੋ ਪ੍ਰਭੂ ਯਿਸੂ ਨੇ ਸਾਨੂੰ ਆਪਣੀ ਪਾਵਰ ਦਿੱਤੀ ਆ ਉਹ ਕਾਹਦੇ ਲਈ ਦਿੱਤੀ ਆ? ਜੋ ਉੱਥੇ ਪ੍ਰਭੂ ਯਿਸੂ, ਜਿਨ੍ਹਾਂ ਨੂੰ ਪ੍ਰਭੂ ਯਿਸੂ ਨਹੀਂ ਜਾਣਦੇ ਅਸੀਂ ਉਹਨਾਂ ਨੂੰ ਵਾਪਸ ਪ੍ਰਭੂ ਕੋਲੇ ਲੈ ਕੇ ਆ ਸਕੀਏ। ਇਹ ਪਾਵਰ ਕਲੀਸਿਆ ਲਈ ਇਸ ਲਈ ਦਿੱਤੀ ਗਈ ਹੈ ਤਦ ਕਿ ਜਿਹੜੇ ਸਾਡਾ ਪਰਮੇਸ਼ਵਰ ਆ ਉਹ ਪ੍ਰਭੂ ਕਹਿੰਦਾ ਕਿ ਮੈਂ ਜਿਹੜੇ ਹੈਗੇ ਬਿਮਾਰਾਂ ਲਈ ਆਇਆ ਆ, ਦੁਖੀਆਂ ਲਈ ਆਇਆ ਆ, ਉਹਨਾਂ ਨੂੰ ਡਾਕਟਰ ਦੀ ਜ਼ਰੂਰਤ ਆ। ਅਗਰ ਪ੍ਰਭੂ ਯਿਸੂ ਜਦੋਂ ਇੱਥੇ ਸੀਗੇ ਉਹ ਇੱਕ ਡਾਕਟਰ ਬਣ ਕੇ ਸਭ ਦੀ ਮਦਦ ਕਰਦੇ ਸੀਗੇ, ਉਹੀ ਪਾਵਰ ਪ੍ਰਭੂ ਯਿਸੂ ਨੇ ਹੁਣ ਸਾਨੂੰ ਦਿੱਤੀ ਆ। ਜਦੋਂ ਪ੍ਰਭੂ ਯਿਸੂ ਕਹਿੰਦੇ ਸੀਗੇ ਕਿ ਮੇਰੇ ਉੱਤੇ ਪਾਕ ਰੂਪ ਪੁੱਤਰ ਆਤਮਾ ਹੈ ਤੇ ਮੈਨੂੰ ਅਭਿਸ਼ੇਕ ਕੀਤਾ ਗਿਆ ਆ ਤਾਂ ਕਿ ਮੈਂ ਬਾਹਰ ਜਾਵਾਂ ਅਤੇ ਖੁਸ਼ਖਬਰੀ ਲੋਕਾਂ ਨੂੰ ਦੱਸਾਂ ਅਤੇ ਜੋ ਬੰਦੀ ਫਸੇ ਹੋਏ ਨੇ ਉਹਨਾਂ ਨੂੰ ਆਜ਼ਾਦ ਕਰਾਂ ਅਤੇ ਅੰਨਿਆਂ ਨੂੰ
ਅੱਖਾਂ ਦੇਵਾਂ, ਲੰਗੜਿਆਂ ਨੂੰ ਚਲਾਵਾਂ। ਇਹੀ ਕੰਮ ਪ੍ਰਭੂ ਯਿਸੂ ਨੇ ਹੁਣ ਸਾਨੂੰ ਦਿੱਤੇ ਨੇ ਅਤੇ ਅਸੀਂ ਇਹ ਪਾਵਰ ਲੈ ਕੇ ਸਾਡਾ ਚਰਚ ਦੇ ਵਿੱਚ ਇਹ ਜਿਸ ਕਲੀਸਿਆ ਦੇ ਵਿੱਚ ਇਹ ਸਾਇੰਸ ਐਂਡ ਵੰਡਰਸ ਚੱਲਦੇ ਆ, ਟਰੂਥਫੁਲੀ ਅੱਜ ਕੱਲ੍ਹ ਤਾਂ ਬਹੁਤ ਕੁਝ ਚੱਲ ਰਿਹਾ ਆ, ਪਰ ਜਿਨ੍ਹਾਂ ਵਿੱਚ ਸੱਚਾਈ ਦੇ ਵਿੱਚ ਇਹ ਪਾਵਰ ਆ, ਉਹ ਜਿਹੜੀ ਚਰਚ ਆ ਉਹ ਆਪਣੇ ਪ੍ਰਭੂ ਯਿਸੂ ਨੂੰ ਗਲੋਰੀ ਦਿੰਦੀ ਆ। ਆਮੇਨ। ਸੋ ਆਪਾਂ ਇੱਥੇ ਕੀ ਦੇਖਦੇ ਆ ਕਿ ਸਾਡੇ ਜਿਹੜੇ ਪ੍ਰਭੂ ਆ, ਸਾਡਾ ਪ੍ਰਭੂ ਕਹਿੰਦਾ ਕਿ ਮੈਂ ਤੁਹਾਨੂੰ ਔਰਫਨਸ ਨਹੀਂ ਛੱਡਾਂਗਾ, ਮੈਂ ਤੁਹਾਨੂੰ ਔਰਫਨਸ ਨਹੀਂ ਛੱਡਾਂਗਾ ਤੇ ਮੈਂ ਅਨਾਰਥ ਨਹੀਂ ਕਰਾਂਗਾ, ਮੈਂ ਤੁਹਾਨੂੰ ਤੁਹਾਡੇ ਉੱਤੇ ਇੱਕ ਪਾਵਰ ਛੱਡਾਂਗਾ, ਪਵਿੱਤਰ ਆਤਮਾ ਆਊਗੀ ਤੁਹਾਡੇ ਉੱਤੇ। ਉਹ ਮੇਕ ਸ਼ੋਰ ਕਰੂਗੇ ਕਿ ਤੁਸੀਂ ਉਸ ਗੰਦੀਆਂ ਰੂਹਾਂ ਦੇ ਵਿਰੁੱਧ ਖੜੇ ਹੋ ਸਕੋ। ਆਮੇਨ। ਕਿ ਜਿਹੜੀ ਅਗਰ ਕਿਸੇ ਨੂੰ ਡਰ ਲੱਗਦਾ ਆ, ਉਹ ਵੀ ਇੱਕ ਅਸ਼ੁੱਧ ਆਤਮਾ ਆ, ਅਸੀਂ ਉਹ ਹਰ ਸ਼ੁੱਧ ਆਤਮਾ ਦੇ ਪੂਰੇ ਵਿਰੁੱਧ ਜਾ ਕੇ ਅਸੀਂ ਉਹਨਾਂ ਨੂੰ ਝਿੜਕਦੇ ਆ ਅਤੇ ਉਹ ਸਾਡੇ ਵਿੱਚ ਕੋਈ ਵੀ ਹਿੱਸਾ ਲੈ ਨਹੀਂ ਸਕਦੀਗੀ। ਅਗਰ ਸਾਤੋਂ ਕੋਈ ਰੋਂਗ ਕੰਮ ਸਾਡੇ ਘਰ 'ਚ ਹੋ ਰਿਹਾ ਆ, ਉਹ ਵੀ ਇੱਕ ਅਸ਼ੁੱਧ ਆਤਮਾ ਸਾਡੇ ਘਰ ਦੇ ਵਿੱਚ ਹੈ, ਅਸੀਂ ਉਹਨੂੰ ਰਿਬਿਊਕ ਕਰਦੇ ਆ ਯਿਸੂ ਕੇ ਨਾਮ 'ਚ। ਆਮੇਨ। ਕਿਉਂਕਿ ਸਾਨੂੰ ਇਹ ਪਾਵਰ ਪ੍ਰਭੂ ਯਿਸੂ ਨੇ ਦਿੱਤੀ ਆ ਅਤੇ ਪ੍ਰਭੂ ਯਿਸੂ ਨੇ ਕਿਹਾ ਆ ਕਿ ਇਸ ਪਾਵਰ ਦੇ ਨਾਲ ਮੈਨੂੰ ਗਲੋਰੀ ਮਿਲੇਗੀ। ਸੋ ਸਾਨੂੰ ਪ੍ਰਭੂ ਯਿਸੂ ਨੇ ਇੱਕ ਕੰਮ ਦਿੱਤਾ ਆ ਤੇ ਅਸੀਂ ਉਹ ਕੰਮ ਪ੍ਰਭੂ ਯਿਸੂ ਲਈ ਕਰਨਾ ਆ। ਆਮੇਨ। ਸੋ ਵੀ ਆਰ ਚਿਲਡਰਨ ਆਫ ਗॉड। ਅਸੀਂ ਜਿਹੜੇ ਚਿਲਡਰਨ ਆਫ ਗॉड ਆ, ਉਹ ਬੇਡਰ ਹੋ ਕੇ ਪ੍ਰਭੂ ਯਿਸੂ ਦਾ ਕੰਮ ਕਰਨਗੇ। ਜਦੋਂ ਕਿ ਇਹ ਪਾਵਰ ਆਂਦੀ ਹੈ, ਜਿਹਦਾ ਪਤਰਸ ਸੀਗਾ, ਦੇਖੋ ਉਹਨੇ ਆਪਣੇ ਜਦੋਂ ਉਹਦੇ ਕੋਲੇ ਪਾਵਰ ਨਹੀਂ ਸੀਗੀ ਤੇ ਉਹਨੇ ਆਪਣੇ ਮਾਸਟਰ ਨੂੰ ਡਿਨਾਈ ਕਰ ਦਿੱਤਾ ਸੀ, ਉਹਨੂੰ ਇਨਕਾਰ ਕਰਦਾ ਸੀ। ਇੱਕ ਨਿੱਕੀ ਜਿਹੀ ਕੁੜੀ ਤੋਂ ਡਰ ਗਿਆ ਸੀ, ਉਹਨੂੰ ਕਹਿੰਦਾ ਨਹੀਂ ਨਹੀਂ ਨਹੀਂ, ਮੈਂ ਨਹੀਂ ਪ੍ਰਭੂ ਯਿਸੂ ਨੂੰ ਜਾਣਦਾ। ਪਰ ਜਦ ਉਹ ਤੇ ਪਾਕ ਰੂਪ ਪੁੱਤਰ ਆਤਮਾ ਦੀ ਸ਼ਕਤੀ ਆਈ ਤਾਂ ਉਹ ਸਨਹੰਦਰੀਨ ਦੇ ਜਾ ਕੇ ਸਾਹਮਣੇ ਪੂਰੇ ਬੇਡਰ ਹੋ ਕੇ ਅਤੇ ਪੂਰੇ ਭਰੋਸੇ ਨਾਲ ਕਹਿਣ ਲੱਗਿਆ ਕਿ ਉਹ ਕੌਣ ਆ ਤੇ ਮੈਂ ਯਿਸੂ ਦੇ ਨਾਲ ਆ। ਐਂਡ ਯਿਸੂ ਕੌਣ ਸੀ? ਉਹਨਾਂ ਨੇ ਉਹਨਾਂ ਨੂੰ ਪੂਰਾ ਪ੍ਰਚਾਰ ਸੁਣਾ ਦਿੱਤਾ। ਕਿਉਂਕਿ ਜਦੋਂ ਸਾਡੇ ਤੇ ਪਾਵਰ ਆਉਂਦੀ ਆ, ਸਾਡੇ ਉੱਤੇ ਕੋਈ ਡਰ ਸਾਡੇ ਵਿੱਚ ਰਹਿ ਨਹੀਂ ਸਕਦਾਗਾ। ਸਾਡੇ ਕੋਲ ਸਿਰਫ ਇੱਕ ਡਰ ਹੋਣਾ ਚਾਹੀਦਾ ਹੈ। ਉਹ ਕਾਹਦਾ ਹੋਣਾ ਚਾਹੀਦਾ? ਪਰਮੇਸ਼ਵਰ ਦਾ ਡਰ। ਹੋਰ ਕੋਈ ਡਰ ਸਾਡਾ ਡਰ ਨਹੀਂਗਾ। ਅਸੀਂ ਹੋਰ ਕਿਸੇ ਚੀਜ਼ ਤੋਂ ਡਰਦੇ ਨਹੀਂ। ਹਾਂ, ਅਸੀਂ ਹਰ ਇੱਕ ਦੀ ਰਿਸਪੈਕਟ ਕਰਾਂਗੇ, ਪਰ ਅਸੀਂ ਕਿਸੇ ਤੋਂ ਡਰਾਂਗੇ ਨਹੀਂ, ਕਿਉਂਕਿ ਸਾਨੂੰ ਪਰਮੇਸ਼ਰ ਕਹਿੰਦਾ ਆ ਫੀਅਰ ਆਫ ਦ ਲੋਰਡ, ਪ੍ਰਭੂ ਤੋਂ ਡਰੋ। ਐਂਡ ਜਿਹੜੇ ਪ੍ਰਭੂ ਤੋਂ ਡਰਦੇ ਆ ਉਹਨਾਂ ਨੂੰ ਪ੍ਰਭੂ ਖੁਦ ਬਲੈਸ ਕਰਦਾ ਆ। ਆਮੇਨ। ਸੋ ਹੁਣ ਆਪਾਂ ਨੂੰ ਪਤਾ ਹੈ ਕਿ ਪ੍ਰਭੂ ਯਿਸੂ ਨੇ ਸਾਨੂੰ ਪਾਵਰ ਦਿੱਤੀ ਹੈ। ਜੀਸਸ ਗੇਵ ਅਸ ਅ ਪਾਵਰ। ਸੋ ਸਾਡਾ ਪ੍ਰਭੂ, ਸਾਡੀ ਜਿਹੜੀ ਹੋਪ ਆ, ਸਾਡੀ ਜਿਹੜੀ ਆਸ ਆ, ਸਾਡੇ ਪ੍ਰਭੂ ਯਿਸੂ ਵਿੱਚ ਆ ਅਤੇ ਸਾਡੇ ਵਿੱਚੋਂ ਹੋ ਕੇ ਸਾਡਾ ਪ੍ਰਭੂ ਯਿਸੂ ਨੂੰ ਗਲੋਰੀ ਮਿਲਦੀ ਹੈ। ਆਮੇਨ। ਸੋ ਹੁਣ ਆਪਾਂ ਕਹਾਂਗੇ ਉਹ ਪਾਵਰ ਆਂਦੀ ਕਿੱਦਾਂ ਹੈ? ਹਾਊ ਡਜ਼ ਦਾ ਪਾਵਰ ਕਮਸ? ਆਪਾਂ ਸੰਤ ਲੂਕਾ ਪਹਿਲਾ ਚੈਪਟਰ ਉਹਦੀ 35ਵੀਂ ਆਇਤ ਦੇਖਦੇ ਹਾਂ ਕਿ ਹਾਊ ਡਜ਼ ਦਾ ਪਾਵਰ ਕਮਸ। ਅਗਰ ਆਪ ਕਹਿੰਦੇ ਕਿ ਮੈਨੂੰ ਦਿਖੇਗੀ ਨਹੀਂ, ਮੈਂ ਦੇਖਣਾ ਚਾਹਨਾ ਆ, ਪਰ ਜਦੋਂ ਪਰਮੇਸ਼ਵਰ ਦੀ ਪਾਵਰ ਆਉਂਦੀ ਹੈ, ਸਾਡੀਆਂ ਜ਼ਿੰਦਗੀਆਂ ਚੇਂਜ ਹੋ ਜਾਂਦੀਆਂ ਆ। ਸਾਨੂੰ ਜਦੋਂ ਕੋਈ ਜਾਣਦਾ ਨਹੀਂ ਹੁੰਦਾ, ਉਸ ਪਾਵਰ ਦੇ ਨਾਲ ਸਾਡੇ ਹਰ ਪਾਸੇ ਸਾਡੇ ਨਾਮ ਦੇ ਢੰਡੋਰੇ ਲੱਗਣ ਲੱਗ ਜਾਂਦੇ ਆ। ਚਲੋ ਆਪਾਂ ਦੇਖੀਏ ਸੰਤ ਲੂਕਾ ਉਹਦਾ ਪਹਿਲਾ ਚੈਪਟਰ ਅਤੇ 35ਵੀਂ ਆਇਤ ਆਪਾਂ ਦੇਖਦੇ ਹਾਂ ਕਿ ਲੁੱਕ ਐਟ when the father's glory comes, ਜ਼ਿੰਦਗੀ ਬਦਲ ਜਾਂਦੀ ਹੈ। ਆਮੇਨ। ਸੋ ਬੇਟਾ ਸਾਨੂੰ ਪੜ੍ਹ ਕੇ ਸੁਣਾਉਂਗੇ ਲੂਕ ਚੈਪਟਰ 1 verse 35 ਪਲੀਜ਼। ਲੂਕ ਚੈਪਟਰ 1। ਦੂਤ ਨੇ ਉਸ ਨੂੰ ਉੱਤਰ ਦਿੱਤਾ ਕਿ ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅਤਿ ਮਹਾਨ ਦੀ ਕੁਦਰਤ ਤੇਰੇ ਉੱਤੇ ਛਾਇਆ ਕਰੇਗੀ। ਇਸ ਕਰਕੇ ਜਿਹੜਾ ਜੰਮੇਗਾ ਉਹ ਪਵਿੱਤਰ ਅਤੇ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ। ਆਮੀਨ। ਆਮੇਨ। ਸੋ ਜਦੋਂ ਪਾਵਰ ਆਂਦੀ ਹੈ, ਅਤਿ ਮਹਾਨ ਦੀ ਸ਼ਕਤੀ ਤੁਹਾਡੇ ਉੱਤੇ ਛਾਇਆ ਕਰੇਗੀ। ਸੋ ਇਹਨੂੰ ਕਹਿੰਦੇ ਜਦੋਂ ਸਾਡੇ ਤੇ ਜਦੋਂ ਅਸੀਂ ਪਾਕ ਰੂਪ ਪੁੱਤਰ ਆਤਮਾ ਆਂਦੇ ਆ, ਸਾਨੂੰ ਬਪਤਿਸਮਾ ਮਿਲਦਾ ਆ। ਜਦੋਂ ਆਪਾਂ ਆਪਾਂ ਹੌਲੀ ਹੌਲੀ ਜਦੋਂ ਪੈਂਤੇਕੋਸਤ ਦਿਲ ਤੇ ਜਾਈ ਜਾਵਾਂਗੇ, ਆਪਾਂ ਇਹਦੇ ਬਾਰੇ ਹੋਰ ਡੂੰਘਾਈ ਤੇ ਜਾਵਾਂਗੇ, ਪਰ ਮੈਂ ਇਹ ਤੁਹਾਨੂੰ ਅੰਡਰਸਟੈਂਡ ਕਰਾਉਣਾ ਚਾਹੁੰਦੀ ਸੀਗੀ ਕਿ ਜਦੋਂ ਇਹ ਹੁੰਦਾ ਆ, ਉਦੋਂ ਪਰਮੇਸ਼ਵਰ ਦੀ ਜਿਹੜੀ ਰੂਹ ਆ, ਜਿਹਦਾ ਮਰੀਅਮ ਦੇ ਉੱਤੇ ਇੱਕ ਸ਼ਕਤੀਸ਼ਾਲੀ ਰੂਹ ਆਈ ਸੀਗੀ ਤੇ ਉਹ ਪ੍ਰਭੂ ਯਿਸੂ ਦੇ ਨਾਲ ਇੱਕ ਪ੍ਰੈਗਨੈਂਟ ਹੋ ਗਈ ਸੀ। ਏਦਾਂ ਹੀ ਸਾਡੇ ਵਿੱਚ ਜਦੋਂ ਪ੍ਰਭੂ ਪਾਕ ਰੂਪ ਪੁੱਤਰ ਆਤਮਾ ਸਾਨੂੰ ਉੱਤੇ ਸਾਡੇ ਤੇ ਛਾਇਆ ਕਰਦੇ, ਅਸੀਂ ਪ੍ਰਭੂ ਯਿਸੂ, ਉਸਦੇ ਪਿਆਰ, ਉਸਦੇ ਫਲਾਂ ਦੇ ਨਾਲ, ਉਸਦੇ ਹੰਬਲਨੈਸ ਨਾਲ ਆਪਾਂ ਭਰ ਜਾਂਦੇ ਆ। ਆਪਾਂ ਪ੍ਰਭੂ ਯਿਸੂ ਦੇ ਰੂਪ ਦੇ ਵਿੱਚ, ਉਹਦੇ ਸਰੂਪ, ਉਹਦੀ ਜਿਹੜੀ ਆਤਮਿਕ ਸਰੂਪ ਹੈ ਸਾਡੇ ਵਿੱਚ ਆ ਜਾਂਦਾ ਆ। ਅਸੀਂ ਉਹਦੀ ਸ਼ਕਤੀ ਦੇ ਨਾਲ ਚੱਲ ਜਾਂਦੇ ਆ। ਅਸੀਂ ਪ੍ਰਭੂ ਯਿਸੂ ਦਾ ਇੱਕ ਪਾਵਰ ਹਾਊਸ ਬਣ ਜਾਂਦੇ ਆ। ਆਮੇਨ। ਸੋ ਪਾਵਰ ਹਾਊਸ, ਅਸੀਂ ਪ੍ਰਭੂ ਯਿਸੂ ਦਾ ਜਦੋਂ
ਜਦੋਂ ਪਾਉਂਦੇ ਆ ਐਂਡ ਸਾਡੇ ਵਿੱਚੋਂ ਦੀ ਪ੍ਰਭੂ ਯਿਸੂ ਵੱਡੇ ਵੱਡੇ ਕੰਮ ਕਰਦਾ ਆ ਆਮੇਨ ਸੋ ਅਸੀਂ ਪ੍ਰਭੂ ਯਿਸੂ ਨੂੰ ਕੀ ਕਹਿੰਦੇ ਕਿ ਅਸੀਂ ਕਹਿੰਦੇ ਕਿ ਪ੍ਰਭੂ ਯਿਸੂ ਜੀ ਤੁਸੀਂ ਸਾਡੀ ਮਦਦ ਕਰੋ ਅਤੇ ਅਸੀਂ ਪੂਰੇ ਬੋਲਡ ਹੋ ਕੇ ਪ੍ਰਭੂ ਯਿਸੂ ਦੇ ਵਿੱਚ ਅਸੀਂ ਜਾਂਦੇ ਆ ਅਤੇ ਪ੍ਰਭੂ ਯਿਸੂ ਸਾਨੂੰ ਆਪਣੇ ਵਿੱਚ ਹੋਰ ਵਧਾਉਂਦੇ ਆਮੇਨ ਸੋ ਅਸੀਂ ਸਾਰੀ ਗਲੋਰੀ ਉਹਦਾ ਪ੍ਰੇਜ਼ ਅਤੇ ਆਨਰ ਅਸੀਂ ਪ੍ਰਭੂ ਯਿਸੂ ਨੂੰ ਦਿੰਦੇ ਆ ਐਂਡ ਇਹਦੇ ਨਾਲ ਆਪਾਂ ਕੀ ਦੇਖਦੇ ਆ ਕਿ ਜਦੋਂ ਸਾਡੇ ਉੱਤੇ ਪਾਵਰ ਆਉਂਦੀ ਹੈ ਕੋਈ ਸ਼ੈਤਾਨ ਸਾਡੇ ਕੋਲੇ ਖੜਾ ਰਹਿ ਨਹੀਂ ਸਕਦਾ ਕਿਉਂਕਿ ਅਸੀਂ ਪ੍ਰਭੂ ਯਿਸੂ ਦੇ ਵਿੱਚ ਪੂਰੇ ਬੇਡਰ ਹੋ ਜਾਂਦੇ ਆ ਜਿੱਦਾਂ ਆਪਾਂ ਹੁਣੀ ਕਹਿ ਕੇ ਹਟੇ ਆ ਪਤਰਸ ਦੀ ਜ਼ਿੰਦਗੀ ਦੇਖੋ ਕਿੱਦਾਂ ਉਹਦੀ ਜ਼ਿੰਦਗੀ ਬਦਲ ਗਈ ਸੀਗੀ ਆਪਾਂ ਜਦੋਂ ਦੇਖਦੇ ਆ ਕਿ ਮਰੀਅਮ ਦੀ ਜ਼ਿੰਦਗੀ ਦੇਖੋ ਇੱਕ ਮਰੀਅਮ ਨੂੰ ਕੋਈ ਜਾਣਦਾ ਨਹੀਂ ਸੀ ਪਰ ਜਦੋਂ ਪ੍ਰਭੂ ਯਿਸੂ ਦੇ ਨਾਲ ਉਹ ਪ੍ਰੈਗਨੈਂਟ ਹੋਈ ਉਹਦਾ ਨਾਮ ਅੱਜ ਜਗ੍ਹਾ ਪੇ ਜਗ ਹਜੇ ਤੱਕ ਮਰੀਅਮ ਦਾ ਨਾਮ ਸਭ ਜਾਣਦੇ ਆ ਇਸੇ ਤਰ੍ਹਾਂ ਉਹ ਕਹਿ ਰਹੀ ਹੈ ਉਹਦੇ 48 verse ਦੇ ਵਿੱਚ ਕਿ from now on all generations will call me blessed ਕਿਉਂਕਿ ਉਸ ਪਰਮੇਸ਼ਵਰ ਨੇ ਮੇਰੇ ਲਈ ਮਹਾਨ ਕੰਮ ਕੀਤੇ ਆ ਐਸੀ ਲੂਕਾ ਦੀ ਕਿਤਾਬ ਵਿੱਚ ਲਿਖਿਆ ਆ ਉਹ ਕਹਿੰਦੇ ਕਿ ਪੀੜ੍ਹੀ ਬੇ ਪੀੜ੍ਹੀ ਲੋਕੀ ਮੈਨੂੰ ਕਹਿਣਗੇ ਇਹ ਬਹੁਤ ਬਰਕਤਦਾਰ ਆ ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਮਹਾਨ ਕੰਮ ਕਰਤੇ ਆ ਕਿਉਂਕਿ ਜਦੋਂ ਪਾਵਰ ਪਰਮੇਸ਼ਵਰ ਦੀ ਹੁੰਦੀ ਹੈ ਉਹਦੇ ਸਾਹਮਣੇ nothing is impossible ਕੋਈ ਵੀ ਚੀਜ਼ ਨਾਮੁਮਕਿਨ ਨਹੀਂ ਹੁੰਦੀਗੀ ਸੋ ਪਰ ਇਹਦੇ ਨਾਲ ਇੱਕ ਸਾਨੂੰ ਪ੍ਰਭੂ ਨੇ ਦੱਸਿਆ ਹੈ ਕਿ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਆ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਪਾਵਰ ਪਰਮੇਸ਼ਰ ਪਾਕ ਰੂਪ ਪੁੱਤਰ ਆਤਮਾ ਨਾਲ ਭਰ ਗਏ ਤੇ ਤੁਸੀਂ ਤੁਹਾਡੀ ਜਿਹੜੀ ਕੰਪਨੀ ਹੋਊਗੀ ਉਹ ਰੋਂਗ ਲੋਕਾਂ ਦੇ ਵਿੱਚ ਬੈਠਣਾ ਉੱਠਣੀ ਤੁਹਾਡੀ ਹੋਊਗੀ ਜਾਂ ਤੁਸੀਂ ਨੈਗੇਟਿਵ ਲੋਕਾਂ ਦੇ ਵਿੱਚ ਨੈਗੇਟਿਵ ਹੀ ਗੱਲਾਂ ਸੁਣੀ ਜਾਓਗੇ ਉੱਥੇ ਪਰਮੇਸ਼ਵਰ ਦੀ ਰੂਹ ਸਾਨੂੰ ਅਸੀਂ ਉਹਦੇ ਵਿੱਚ ਵੱਧ ਨਹੀਂ ਸਕਦੇ ਸਾਡੇ ਕੋਲੇ ਵੀ ਇੱਕ ਰਿਸਪਾਂਸਿਬਿਲਿਟੀ ਹੈ ਕਿ ਜਦੋਂ ਸਾਡੇ ਕੋਲ ਇੱਕ ਨਿਊ ਬੇਬੀ ਆਂਦਾ ਆ ਅਸੀਂ ਉਹਨੂੰ ਸੰਭਾਲ ਕੇ ਰੱਖਦੇ ਆ ਉਹਨੂੰ ਅਸੀਂ ਠੰਡ ਤੋਂ ਬਚਾ ਕੇ ਰੱਖਦੇ ਆ ਗਰਮੀ ਤੋਂ ਬਚਾ ਕੇ ਰੱਖਦੇ ਆ ਏਦਾਂ ਹੀ ਜਦੋਂ ਅਸੀਂ ਪ੍ਰਭੂ ਯਿਸੂ ਵਿੱਚ ਆਉਂਦੇ ਆ ਜਿਹੜੀ ਇਹ ਪਾਕ ਰੂਹ ਪਰਮੇਸ਼ਵਰ ਸਾਨੂੰ ਭਰਦੇ ਆ ਅਸੀਂ ਆਪਣੇ ਆਪ ਨੂੰ ਵੀ ਬਚਾ ਕੇ ਰੱਖਣਾ ਆ ਅਸੀਂ ਆਪਣੇ ਆਪ ਨੂੰ ਵੀ ਨੈਗੇਟਿਵਿਟੀ ਦੀਆਂ ਗੱਲਾਂ ਤੋਂ ਦੂਰ ਕਰਕੇ ਰੱਖਣਾ ਆ ਅਸੀਂ ਆਪਣੇ ਆਪ ਨੂੰ ਵੀ ਪਰਮੇਸ਼ਵਰ ਦੇ ਵਿੱਚ ਬਣਾ ਕੇ ਰੱਖਣਾ ਆ ਉਹਦੇ ਵਚਨ ਦੇ ਵਿੱਚ ਰਹਿਣਾ ਆ ਉਹਦੇ ਵਚਨ ਵਿੱਚ ਯਕੀਨ ਕਰਨਾ ਆ ਉਹਦੇ ਵਿੱਚ ਚੱਲਣਾ ਆ ਆਪਣੇ ਆਪ ਨੂੰ ਪਾਪ ਦੀ ਦੁਨੀਆ ਤੋਂ ਦੂਰ ਰੱਖਣਾ ਆ ਅਸੀਂ ਪਰਮੇਸ਼ਵਰ ਜਦ ਪ੍ਰਭੂ ਕਹਿੰਦਾ ਆ ਕਿ ਮੈਂ ਪਾਪੀਆਂ ਲਈ ਆਇਆ ਆ ਰਾਈਟ ਉਹ ਸਾਡੇ ਲਈ ਆਇਆ ਸੀ ਏਦਾਂ ਹੀ ਅਸੀਂ ਪ੍ਰਭੂ ਯਿਸੂ ਦੇ ਪਿਆਰ ਦੇ ਨਾਲ ਲੋਕਾਂ ਨਾਲ ਪਿਆਰ ਕਰਨਾ ਆ ਅਤੇ ਤਾਂ ਕਿ ਉਹ ਵੀ ਸਾਡੇ ਵਾਂਗੂ ਪ੍ਰਭੂ ਨੂੰ ਜਾਣ ਸਕਣ ਤੇ ਉਹ ਵੀ ਪ੍ਰਭੂ ਯਿਸੂ ਦੀ ਤਾਕਤ ਨਾਲ ਪੜ ਸਕਣ ਤਾਂ ਕਿ ਉਹਨਾਂ ਦੇ ਉੱਤੇ ਵੀ ਪ੍ਰਭੂ ਯਿਸੂ ਦੀ ਮਿਹਰ ਹੋਵੇ ਅਤੇ ਉਹ ਪ੍ਰਭੂ ਯਿਸੂ ਵਿੱਚ ਗਾਂ ਵਧੀ ਜਾਣ ਆਮੇਨ ਸੋ ਸਾਡਾ ਜਿਹੜਾ ਪ੍ਰਭੂ ਆ ਉਹ ਸਾਨੂੰ ਇੰਨਾ ਵੰਡਰਫੁਲ ਪਰਮੇਸ਼ਵਰ ਹੈ ਕਿ ਜਿਨ੍ਹਾਂ ਨੇ ਉਹਨੂੰ ਡਿਨਾਈ ਕੀਤਾ ਸੀ ਜਿਨ੍ਹਾਂ ਨੇ ਉਹਨੂੰ ਇਨਕਾਰ ਕੀਤਾ ਸੀ ਉਹਨਾਂ ਨੂੰ ਹੀ ਉਹਨੇ ਆਪਣੀ ਰੂਹ ਨਾਲ ਭਰ ਕੇ ਗਾਂ ਲੋਕਾਂ ਵਿੱਚ ਘੱਲਿਆ ਹਾਊ ਵੰਡਰਫੁਲ is our Lord ਹੈ ਉਹਨਾਂ ਦੇ ਉੱਤੇ ਉਹਨੇ ਯਕੀਨ ਕੀਤਾ ਉਹਨਾਂ ਨੇ ਉੱਤੇ ਭਰੋਸਾ ਕੀਤਾ ਉਹਨਾਂ ਨੇ ਆਪਣੀ ਪਾਵਰ ਪਾਈ ਕਿ ਉਸ ਪਾਵਰ ਦੇ ਲਈ ਪ੍ਰਭੂ ਯਿਸੂ ਨੇ ਹੀ ਐਡਾ ਵੱਡੀ ਕੀਮਤ ਚੁਕਾ ਕੇ ਤਾਂ ਕਿ ਸਾਡੇ ਉੱਤੇ ਉਹ ਮਹਾ ਸ਼ਕਤੀ ਆਵੇ ਕਿ ਅਸੀਂ ਵੱਡੇ ਵੱਡੇ ਕੰਮ ਕਰੀਏ ਇਹ ਜਿਹੜੀ ਸ਼ਕਤੀ ਹੈ ਇਕੱਲੇ ਕਿਸੇ ਪਾਸਟਰਾਂ ਜਾਂ ਪ੍ਰੋਫਿਟ ਜਾਂ ਟੀਚਰ ਜਾਂ ਇਵੈਂਜਲਿਸਟ ਦੇ ਲਈ ਨਹੀਂ ਇਹ ਪ੍ਰਭੂ ਕਹਿੰਦੇ ਜੋ ਕੋਈ ਮੇਰੇ ਤੇ ਯਕੀਨ ਕਰੇਗਾ ਜੋ ਕੋਈ ਮੇਰੇ ਤੇ ਭਰੋਸਾ ਕਰੇਗਾ ਉਹਨਾਂ ਦੇ ਪਿੱਛੇ ਇਹ ਚਿੰਨ੍ਹ ਹੋਣਗੇ ਇਹ ਚਿੰਨ੍ਹਾਂ ਦੇ ਨਾਲ ਪਹਿਚਾਨੇ ਜਾਣਗੇ ਇਹ ਚਿੰਨ੍ਹ ਕਦ ਆਣਗੇ ਜਦੋਂ ਅਸੀਂ ਪਾਕ ਰੂਪ ਪੁੱਤਰ ਆਤਮਾ ਜੀ ਨਾਲ ਭਰ ਜਾਵਾਂਗੇ ਸਾਡੇ ਉੱਤੇ ਪਾਵਰ ਆਏਗੀ ਅਤੇ ਅਸੀਂ ਬੇਟਰ ਹੋ ਕੇ ਹਰ ਇੱਕ ਗੰਦੀ ਰੂਹ ਦੇ ਅਗੇਂਸਟ ਅਸੀਂ ਵਿਰੋਧ ਖੜੇ ਹੋਵਾਂਗੇ ਅਤੇ ਲੋਕਾਂ ਨੂੰ ਆਜ਼ਾਦੀ ਮਿਲੇਗੀ ਆਟੋਮੈਟਿਕਲੀ ਸਾਡੇ ਪ੍ਰਭੂ ਯਿਸੂ ਦਾ ਨਾਮ ਮਹਾਨ ਹੋਵੇਗਾ ਅਤੇ ਪ੍ਰਭੂ ਯਿਸੂ ਨੇ ਕੀ ਕਿਹਾ ਪ੍ਰਭੂ ਯਿਸੂ ਨੇ ਇਹ ਕਿਹਾ ਕਿ ਤੁਸੀਂ ਮੇਰੇ ਨਾਲ ਜੁੜੇ ਰਹੋ ਉਹ ਕਹਿੰਦੇ ਜਦੋਂ ਤੁਸੀਂ ਮੇਰੀ ਡਾਲੀ ਦੇ ਨਾਲ ਜੁੜੇ ਰਹਿੰਦੇ ਆ ਤੇ ਤੁਸੀਂ ਫਲਦਾਰ ਹੋਵੋਗੇ ਜਿਹੜੀ ਡਾਲੀ ਫਲਦਾਰ ਨਹੀਂ ਹੋਗੀ ਉਹਨੂੰ ਕੱਟ ਵੀ ਦਿੱਤੀ ਜਾਵੇਗੀ ਸੋ ਅਸੀਂ ਆਪਣੇ ਆਪ ਨੂੰ ਕੀ ਕਰਨਾ ਆ ਇਹ ਵਚਨ ਵਿੱਚ ਲੱਗੇ ਰਹਿਣਾ ਆ ਆਪਣੇ ਆਪ ਨੂੰ ਅਸੀਂ ਪਾਪ ਤੋਂ ਬਚਾ ਕੇ ਰੱਖਣਾ ਆ ਅਗਰ ਅਸੀਂ ਪਹਿਲਾ ਯਹੋਨਾ 2 ਚੈਪਟਰ ਉਹਦੀ 29ਵੀਂ ਆਇਤ ਦੇਖੋ ਕਿ ਉੱਥੇ ਦੇਖੋ ਇੱਥੇ ਸਾਨੂੰ ਪ੍ਰਭੂ ਯਿਸੂ ਨੇ ਕੀ ਇੱਕ ਬਹੁਤ ਸੋਹਣੀ ਗੱਲ ਸਾਨੂੰ ਦੱਸੀ ਹੈ ਪਹਿਲਾ ਯਹੋਨਾ ਜਿਹੜੀ ਪਹਿਲੇ ਯਹੋਨਾ ਦੀ ਪੱਤਰੀ ਆ ਉਹ ਤੇ ਆਪਾਂ ਜਾਣਦੇ ਆ ਉਹਦਾ ਜਿਹੜਾ ਦੂਜਾ ਚੈਪਟਰ ਆ ਤੇ ਉਹਦੀ 29ਵੀਂ ਆਇਤ ਵਿੱਚ ਦੇਖੋ ਕਿੰਨੀ ਸੋਹਣੀ ਤਰ੍ਹਾਂ ਲਿਖਿਆ ਆ ਕਿ ਅਗਰ ਅਸੀਂ ਆਪਣੇ ਆਪ ਨੂੰ ਸ਼ੁੱਧ ਰੱਖਣਾ ਆ ਤੇ ਅਸੀਂ ਕਿਸ ਲਈ ਸਾਨੂੰ ਦੁਬਾਰਾ ਜਨਮ ਲਿਆ ਰਮਨ ਸਾਨੂੰ ਬੇਟਾ ਪੜ੍ਹ ਕੇ ਸੁਣਾਓਗੇ ਪਹਿਲਾ ਯਹੋਨਾ
2 ਚੈਪਟਰ ਉਹਦੀ 29 ਆਇਤ। ਜਦੋਂ ਤੁਸੀਂ ਜਾਣਦੇ ਹੋ ਜੋ ਉਹ ਧਰਮੀ ਹੈ ਤਾਂ ਤੁਹਾਨੂੰ ਪਤਾ ਹੈ ਭਾਈ ਹਰੇਕ ਹੀ ਜਿਹੜਾ ਧਰਮ ਕਰਦਾ ਹੈ ਸੋ ਉਸੇ ਤੋਂ ਜੰਮਿਆ ਹੋਇਆ ਹੈ। ਆਮੀਨ। Amen. So ਜੋ ਆਪਾਂ ਦੇਖੋ ਆਪਣੇ ਨਾਲ ਇਹ ਲਿੰਕ ਜੁੜ ਗਿਆ ਆ। ਜਦੋਂ ਅਸੀਂ ਧਰਮੀ ਆ, ਜਦੋਂ ਅਸੀਂ ਪ੍ਰਭੂ ਯਿਸੂ ਦੇ ਕੰਮ ਕਰਦੇ ਆ, ਅਸੀਂ ਜਦੋਂ ਚੰਗੇ ਕੰਮ ਕਰਦੇ ਆ ਤਾਂ ਅਸੀਂ ਪ੍ਰਭੂ ਯਿਸੂ ਦੇ ਨਾਲ ਜੁੜ ਜਾਂਦੇ ਆ। ਅਸੀਂ ਉਹਦੇ ਨਾਲ we are born with him, ਸਾਡਾ ਜਨਮ ਉਹਦੇ ਨਾਲ ਹੋ ਜਾਂਦਾ ਹੈ। ਗਾਂ ਦੀ ਆਇਤ ਲਿਖਿਆ ਹੋਇਆ ਅੰਗਰੇਜ਼ੀ ਵਿੱਚ ਬਹੁਤ ਸੋਹਣੀ ਤਰ੍ਹਾਂ ਲਿਖਿਆ ਹੋਇਆ ਹੈ, how great is the love of our father who was lavished on us। lavish ਮਤਲਬ ਕਿ ਉਹਨੇ ਇੰਨਾ ਟੁੱਟ ਕੇ ਸਾਨੂੰ ਉਹਨੇ ਪਿਆਰ ਕੀਤਾ ਕਿ ਸਾਡੇ ਉੱਤੇ ਉਹਨੇ ਆਪਣਾ ਪਿਆਰ ਹੀ ਡੋਲ ਦਿੱਤਾ ਤਾਂ ਕਿ ਅਸੀਂ ਉਹਦੇ ਬੱਚੇ ਕਹਿਲਾਈਏ, ਅਸੀਂ ਪਰਮੇਸ਼ਵਰ ਦੇ ਬੱਚੇ ਕਹਿਲਾਈਏ। ਉਹਨੇ ਆਪਣੇ ਪੁੱਤਰ ਨੂੰ ਵੀ ਬੈਕ ਨਹੀਂ ਕੀਤਾ, ਉਹਨੇ ਆਪਣਾ ਪੁੱਤਰ ਸਾਡੇ ਲਈ ਦੇ ਦਿੱਤਾ ਤਾਂ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਬੱਚੇ ਕਹਿਲਾਈਏ। ਆਮੀਨ। ਉਹ ਸਾਨੂੰ ਇੰਨਾ ਪਿਆਰ ਕਰਦਾ ਆ, ਇੰਨਾ ਪਿਆਰ ਕਰਦਾ ਆ ਕਿ ਉਹਨੇ ਆਪਣੇ ਪੁੱਤਰ ਨੂੰ ਵੀ ਇਸ ਦੁਨੀਆ ਤੇ ਭੇਜਿਆ, ਆਪਣੇ ਆਪ ਤੋਂ ਅਲੱਗ ਕੀਤਾ। ਉਸ ਪੁੱਤਰ ਨੂੰ ਜਿਹਦੇ ਵਿੱਚ ਇੱਕ ਵੀ ਕਣ ਨਹੀਂ ਸੀ, ਇੱਕ ਵੀ ਪਾਪ ਨਹੀਂ ਸੀ, ਉਹ ਸਾਡੇ ਲਈ ਪਾਪੀ ਬਣਿਆ। ਉਹ ਤੇ ਸਾਰੇ ਸਾਡੇ ਬੋਝ ਉਠਾ ਕੇ ਉਹਦੇ ਤੇ ਰੱਖ ਦਿੱਤੇ ਤਾਂ ਕਿ ਸਾਡਾ ਰਿਸ਼ਤਾ ਪਿਤਾ ਪਰਮੇਸ਼ਵਰ ਨਾਲ ਜੁੜ ਜਾਵੇ, ਤਾਂ ਕਿ ਅਸੀਂ ਬਿਲਕੁਲ ਉਦਾਂ ਦੇ ਬਣ ਜਾਈਏ ਜਿੱਦਾਂ ਦਾ ਉਹਦਾ ਪੁੱਤਰ ਹੈ। ਕਿਉਂਕਿ ਆਪਣੇ ਪੁੱਤਰ ਨੂੰ ਉਹਨੇ ਕੀ ਕਿਹਾ ਸੀ ਕਿ ਆ ਮੇਰਾ ਪੁੱਤਰ ਆ, ਇਹਦੇ ਨਾਲ ਮੈਂ ਬਹੁਤ ਖੁਸ਼ ਹਾਂ। ਪ੍ਰਭੂ ਯਿਸੂ ਪਿਤਾ ਪਰਮੇਸ਼ਰ ਸਾਡੇ ਨਾਲ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਇਹ ਮੇਰੀ ਪੁੱਤਰੀ ਆ, ਰਵੀ ਮੇਰੀ ਪੁੱਤਰੀ ਆ, ਦਵਿੰਦਰ ਮੇਰੀ ਪੁੱਤਰੀ ਆ, ਰਮਨ ਮੇਰੀ ਪੁੱਤਰੀ ਆ, ਜਸਵਿੰਦਰ ਪਾਜੀ ਮੇਰੇ ਪੁੱਤਰ ਹੈ। ਮਤਲਬ ਕਿ ਆਪਾਂ ਨੂੰ ਕਹਿੰਦੇ ਕਿ ਇਹ ਮੇਰੇ ਪੁੱਤਰ ਆ, ਮੈਂ ਇਹਨਾਂ ਨਾਲ ਬਹੁਤ ਖੁਸ਼ ਆ। ਆਪਣਾ ਗੋਲ ਕੀ ਹੋਣਾ ਚਾਹੀਦਾ ਆ ਕਿ ਜਦੋਂ ਅਸੀਂ ਆਪਣੇ ਮਾਸਟਰ ਨੂੰ ਫੇਸ ਟੂ ਫੇਸ ਮਿਲੀਏ, ਉਹ ਕਹੇ ਆਈ ਐਮ ਸੋ ਪਲੀਜ਼ਡ, ਵੈਲ ਡਨ ਮਾਈ ਚਾਈਲਡ। ਮੈਂ ਜਦੋਂ ਆਪਣਾ ਬੱਚਾ ਜੋ ਆਪਣੇ ਚੰਗੇ ਕੰਮ ਕਰਦਾ ਹੈ, ਆਪਾਂ ਉਹਨੂੰ ਕਿੰਨਾ ਖੁਸ਼ ਹੋ ਕੇ ਉਹਨੂੰ ਕਹਿੰਦੇ ਆ ਕਿ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ, ਤੂੰ ਬਹੁਤ ਚੰਗੇ ਕੰਮ ਕੀਤੇ ਆ। ਮੇਰੇ ਕੰਨ ਵੀ ਇਹੀ ਤਰਸਦੇ ਆ, ਆਮ ਸ਼ੋਰ ਆਪਣੇ ਸਾਰਿਆਂ ਦੇ ਕੰਨ ਇਹੀ ਤਰਸਦੇ ਆ ਕਿ ਸਾਡਾ ਪਰਮੇਸ਼ਰ ਕਹੇ ਕਿ ਮੈਂ ਤੇਰੇ ਨਾਲ ਬਹੁਤ ਖੁਸ਼ ਹਾਂ ਰਵੀ, ਤੂੰ ਕਿੰਨੇ ਚੰਗੇ ਕੰਮ ਕੀਤੇ, ਆਈ ਐਮ ਸੋ ਵੈਲ ਪਲੀਜ਼ਡ ਵਿਦ ਯੂ। ਏਦਾਂ ਇਹ ਸਾਡਾ ਗੋਲ ਹੈ ਕਿ ਸਾਡਾ ਪਰਮੇਸ਼ਵਰ ਸਾਡੇ ਨਾਲ ਸਦਾ ਏਦਾਂ ਖੁਸ਼ ਰਹੇ। ਆਮੀਨ। ਸੋ ਇਸ ਖੁਸ਼ੀ ਦੇ ਲਈ ਉਹਨੇ ਸਾਨੂੰ ਸਾਰੇ ਸੰਦ ਵੀ ਦੇ ਦਿੱਤੇ ਆ। ਇਸ ਖੁਸ਼ੀ ਦੇ ਲਈ ਉਹਨੇ ਸਾਨੂੰ ਆਪਣਾ ਪੁੱਤਰ ਵੀ ਦੇ ਦਿੱਤਾ ਆ ਤੇ ਸਾਡੇ ਉੱਤੇ ਉਹਨੇ ਆਪਣੀ ਪਾਕ ਰੂਪ ਪਵਿੱਤਰ ਆਤਮਾ ਵੀ ਡੋਲ ਦਿੱਤੀ ਆ ਤਾਂ ਕਿ ਸਾਡੇ ਉੱਤੇ ਉਹਨੇ ਸਹੀ clothe us with his power ਕਿ ਸਾਡੇ ਉੱਤੇ ਉਹਨੇ ਆਪਣੀ ਸ਼ਕਤੀ ਵੀ ਦਿੱਤੀ ਆ। ਹੁਣ ਆਓ ਆਪਾਂ ਚੱਲੀਏ, ਆਪਾਂ ਆਪਣੇ ਪ੍ਰਭੂ ਯਿਸੂ ਦੀ ਇਹ ਦਿੱਤੀ ਹੋਈ ਸ਼ਕਤੀ ਉਹਦੇ ਕੰਮਾਂ ਦੇ ਲਈ ਵਰਤੀਏ। ਆਮੀਨ। ਤਾਂ ਕਿ ਸਾਡੇ ਪ੍ਰਭੂ ਯਿਸੂ ਨੂੰ ਸਾਡੇ ਰਾਹੀਂ, ਜਿੱਦਾਂ ਸਾਡਾ ਪ੍ਰਭੂ ਯਿਸੂ ਆਪਣੇ ਪਿਤਾ ਨੂੰ ਖੁਸ਼ ਕਰਦਾ ਆ, ਉਦਾਂ ਹੀ ਅਸੀਂ ਇਸ ਦਿੱਤੀ ਹੋਈ ਸ਼ਕਤੀ ਦੇ ਨਾਲ, ਆਪਣੀ ਸ਼ਕਤੀ ਤਾਂ ਸਾਡੇ ਕੋਲ ਕੁਝ ਹੈ ਹੀ ਨਹੀਂ, ਪਰ ਪ੍ਰਭੂ ਦੀ ਦਿੱਤੀ ਹੋਈ ਸ਼ਕਤੀ ਦੇ ਨਾਲ ਅਸੀਂ ਆਪਣੇ ਪ੍ਰਭੂ ਯਿਸੂ ਨੂੰ ਖੁਸ਼ ਕਰੀਏ, ਉਹਨੂੰ ਸਾਰੀ ਉਹਨੂੰ ਗਲੋਰੀ ਦਵਾਈਏ ਤਾਂ ਕਿ ਇਹ ਦੁਨੀਆ ਦੇਖ ਸਕੇ ਕਿ ਸਾਡਾ ਪ੍ਰਭੂ ਯਿਸੂ ਕਿੰਨਾ ਮਹਾਨ ਹੈ। ਆਮੀਨ। ਸੋ ਗॉड ਬਲੈਸ ਯੂ। ਅਤੇ ਐਸੇ ਦੇ ਨਾਲ ਆਪਾਂ ਜਿਹੜੀ ਦੂਸਰਾ ਹਿੱਸਾ ਬਾਈਬਲ ਸਟੱਡੀ ਅਸੀਂ ਆਪਾਂ ਭੈਣ ਦਵਿੰਦਰ ਨੂੰ ਦੇ ਰਹੇ ਹਾਂ। ਅਤੇ ਯਾਦ ਕਰਿਓ, ਯਾਦ ਰੱਖਣਾ ਕਿ ਜੀਸਸ ਇਜ਼ ਆਵਰ ਡੈਸਟਨੀ ਐਂਡ ਜੀਸਸ ਇਜ਼ ਆਵਰ ਪ੍ਰਾਈਜ਼। ਪਰਮੇਸ਼ਵਰ ਸਾਡਾ ਉਹ ਇਨਾਮ ਆ। ਆਮੀਨ। ਗॉड ਬਲੈਸ ਯੂ। ਚਲੋ ਦਵਿੰਦਰ ਭੈਣ। Thank you, Ravi. Amen. Bible question ਪੁੱਛਣਾ ਤਾਂ ਨਹੀਂ ਪੁੱਛ ਸਕਦੇ, ਜੇ ਤੁਸੀਂ ਨੇ ਟੈਸਟਮਨੀ ਸ਼ੇਅਰ ਕਰਨੀ ਹੈ ਤਾਂ ਟੈਸਟਮਨੀ ਸ਼ੇਅਰ ਕਰ ਸਕਦੇ ਹੋ। ਮੈਂ ਪਰਮੇਸ਼ਵਰ ਦੀ ਆਪਾਂ ਦੁਆ ਕਰਦੇ ਹਾਂ। ਆਮੀਨ। ਥੈਂਕ ਯੂ। ਹਾਂਜੀ, ਤੇ ਕੋਲ ਮੈਨੂੰ ਟੈਸਟਮਨੀ ਸ਼ੇਅਰ ਕਰਨੀ ਹੈ ਤਾਂ ਟੈਸਟਮਨੀ ਸ਼ੇਅਰ ਕਰ ਸਕਦੇ ਹੋ ਆਪਾਂ। ਤੁਸੀਂ ਪ੍ਰਾਰਥਨਾ ਕਰ ਦਿਓ, ਕੋਈ ਨਹੀਂ। ਅਸੀਂ ਆਪਾਂ ਸਾਰੇ ਜਾਣੇ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਜਿਹਨੇ ਇੰਨੇ ਸੋਹਣੇ ਪਰਮੇਸ਼ਵਰ ਨੇ ਬਚਨ ਭੇਜੀ ਹੈ ਭੈਣ ਦੇ ਜ਼ਰੀਏ, ਜੋ ਆਪਣੇ ਦਿਲ ਦੀਆਂ ਪੱਤੀਆਂ ਤੇ ਲਿਖੇ ਜਾਣ, ਕੋਈ ਵੀ ਅੰਧਕਾਰ ਦੀ ਸ਼ਕਤੀ ਨੂੰ ਚੁਰਾ ਨਾ ਸਕੇ। ਆਪਾਂ ਸਾਰੇ ਜਾਣੇ ਪਰਮੇਸ਼ਵਰ ਦਾ ਵੀ ਧੰਨਵਾਦ ਕਰਦੇ ਹਾਂ ਤੇ ਭੈਣ ਰਵੀ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇੰਨੇ ਵਧੀਆ ਵਚਨ ਰੀਡ ਕਰਕੇ ਆਪਣੇ ਲਈ ਲੈ ਕੇ ਆਉਂਦੇ ਨੇ। ਪਰਮੇਸ਼ਵਰ ਨੂੰ ਹੋਰ ਵੀ ਬਰਕਤ ਦੇ ਬਲੈਸ ਕਰੇ ਨੇ ਤੇ ਪਰਮੇਸ਼ਵਰ ਦਾ ਆਪਾਂ ਧੰਨਵਾਦ ਕਰਦੇ ਹਾਂ। ਸਾਰੇ ਜਣੇ ਪਰਮੇਸ਼ਵਰ ਦੇ ਠੀਕ ਕਾਮਾਂਗੇ ਤੇ ਦੁਆ ਕਰਦੇ ਹਾਂ
ਥੈਂਕ ਯੂ ਜੀਸਸ, ਥੈਂਕ ਯੂ ਜੀਸਸ, ਥੈਂਕ ਯੂ ਪਿਤਾ ਪਰਮੇਸ਼ਰ ਜੀ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਖੁਦਾਵੰਦ, ਜਿੰਨਾ ਤੇਰਾ ਧੰਨਵਾਦ ਕਰੀਏ ਉਹਨਾਂ ਥੋੜਾ ਪ੍ਰਭੂ ਜੀ। ਤੁਸੀਂ ਮਹਾਨ ਤੇ ਤੁਸੀਂ ਦਿਲ ਤੇ ਕਰਤਾਲੀ ਜਿੰਦਾ ਖੁਦਾ ਮੇਰੇ ਪ੍ਰਭੂ ਜੀ। ਜੋ ਵੀ ਭੈਣ ਜਿਹੜੇ ਵਚਨ ਲੱਗੇ ਮੇਰੇ ਪਿਤਾ ਪਰਮੇਸ਼ਰ ਦੇ ਵਚਨ ਸਾਡੇ ਦਿਲ ਦੀਆਂ ਪੱਟੀਆਂ ਤੇ ਲਿਖਿਆ ਜਾਣ। ਕੋਈ ਵੀ ਅੰਧਕਾਰ ਦੀ ਸ਼ਕਤੀ ਵਚਨਾਂ ਨੂੰ ਚੁਰਾ ਨਾ ਸਕੇ ਮੇਰੇ ਪਿਤਾ ਪਰਮੇਸ਼ਰ ਜੀ। ਸਾਡੀਆਂ ਜ਼ਿੰਦਗੀ ਚ ਹਜ਼ਾਰਾਂ ਹੀ ਗੁਨਾਹ ਹਿੱਸਾ ਲੈ ਕੇ ਆਉਣ ਮੇਰੇ ਪਿਤਾ ਪਰਮੇਸ਼ਰ ਜੀ। ਭੈਣ ਨੂੰ ਦੁੱਗਣਾ ਮਤਾ ਦੁੱਗਣੀ ਗਲੋਰੀ ਦੇ ਕੇ ਹੋਰ ਯੂਜ਼ ਕਰੋ ਮੇਰੇ ਪਿਤਾ ਪਰਮੇਸ਼ਰ ਜੀ। ਉਹਦੇ ਜ਼ਰੀਏ ਤੁਸੀਂ ਸਾਡੇ ਨਾਲ ਡੂੰਘਾਈ ਤੱਕ ਵਚਨ ਲੈ ਕੇ ਆ ਸਕੋ ਮੇਰੇ ਪਿਤਾ ਪਰਮੇਸ਼ਰ ਜੀ। ਹਰ ਰਾਤ ਤੇ ਜਿਹੜੀ ਮਦਦ ਕਰਨਾ ਮੇਰੇ ਪਿਤਾ ਪਰਮੇਸ਼ਰ, ਹਰ ਇਹਦੀ ਜ਼ਿੰਦਗੀ ਦੀ ਸਫਲਤਾ ਦੇਣੀ ਮੇਰੇ ਪਿਤਾ ਪਰਮੇਸ਼ਰ। ਜੋ ਵੀ ਭੈਣ ਦੀ ਜ਼ਿੰਦਗੀ ਦੀ ਪਲੈਨਿੰਗ ਹੈ ਮੇਰੇ ਪਿਤਾ ਪਰਮੇਸ਼ਰ ਤੂੰ ਜਾਣਦਾ। ਜੋ ਵੀ ਜ਼ਿੰਦਗੀ ਚ ਰੁਕਾਵਟਾਂ ਨੇ ਮੇਰੇ ਪਿਤਾ ਪਰਮੇਸ਼ਰ, ਉਹ ਰੁਕਾਵਟਾਂ ਦੀ ਜ਼ਿੰਦਗੀ ਤੋਂ ਬਾਹਰ ਜਾਣ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਕਲੀਅਰ ਕਰਦੇ ਮੇਰੇ ਖੁਦਾ ਬਾਣੀ ਪਿਤਾ ਪਰਮੇਸ਼ਰ ਜੀ। ਇਹਨਾਂ ਭੈਣ ਭਾਈਆਂ ਨੇ ਜੋ ਵੀ ਬਾਈਬਲ ਦੇ ਵਿੱਚ ਵਧਣਾ ਚਾਹੁੰਦੇ ਆ, ਪ੍ਰਾਰਥਨਾ ਚ ਵਧਣਾ ਚਾਹੁੰਦੇ ਆ ਮੇਰੇ ਪਿਤਾ ਪਰਮੇਸ਼ਰ ਨੂੰ ਦੁੱਗਣਾ ਮਸਾਂ ਨੇ ਜ਼ਿੰਦਗੀ ਤੇ ਰਿਲੀਜ਼ ਕਰ ਮੇਰੇ ਖੁਦਾ ਬੰਦ ਕਿ ਆਪਣੇ ਕੰਮਾਂ ਲਈ ਇਹਨੂੰ ਯੂਜ਼ ਕਰ ਮੇਰੇ ਖੁਦਾ ਬੰਦ। ਕੋਈ ਵੀ ਮੇਰਾ ਭੈਣ ਭਾਈ ਬਿਮਾਰ ਆ ਮੇਰੇ ਪਿਤਾ ਪਰਮੇਸ਼ਰ, ਹੌਸਪੀਟਲ ਚ ਪਿਆ, ਪਰ ਰਾਈਟ ਨਾਓ ਪ੍ਰਭੂ ਨੇ ਬੋਡੀਆਂ ਹੀਲ ਹੋਣ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਡਿਕਲੇਅਰ ਕਰਦੇ ਮੇਰੇ ਖੁਦਾ। ਕੋਈ ਵੀ ਸੈਕਸ਼ਨ ਆ ਪ੍ਰਭੂ ਨੇ ਬੋਡੀ ਚ ਰਾਈਟ ਨਾਓ ਸੈਕਸ਼ਨ ਐਸੇ ਬਖ ਜਾਓ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ। ਕੋਈ ਵੀ ਪ੍ਰਭੂ ਕੋਰੋਨਾ ਦਾ ਮਰੀਜ਼ ਆ ਮੇਰੇ ਪਿਤਾ ਪਰਮੇਸ਼ਰ, ਬੁਖਾਰ ਆ ਨੂੰ ਰਾਈਟ ਨਾਓ ਦੀ ਬੋਡੀ ਹੀਲ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ ਬੰਦ। ਹਰ ਦੀ ਬਿਮਾਰੀ ਨੇ ਜ਼ਿੰਦਗੀ ਦੇ ਰਾਈਟ ਨਾਓ ਜਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ। ਹਰ ਸ਼ੂਗਰ ਜਾਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ ਬੰਦ ਜੀ। ਕਰ ਮੇਰੇ ਪਿਤਾ ਪਰਮੇਸ਼ਰ ਜੀ। ਹਰ ਮਿਰਗੀ ਦਾ ਦੌਰਾ ਇਹਨੇ ਬੋਡੀਆਂ ਤੇ ਰਾਈਟ ਨਾਓ ਖਤਮ ਹੋ ਗਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ। ਹਰ ਬੋਡੀਆਂ ਖਤਮ ਹੋ ਗਏ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ ਬੰਦ। ਕੋਈ ਵੀ ਦੁੱਖ ਬਿਮਾਰੀ ਹੈ ਪ੍ਰਭੂ ਰਾਈਟ ਨਾਓ ਹੀਲ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ ਬੰਦ। ਜਿੰਨਾ ਭੈਣ ਭਾਈਆਂ ਨੇ ਸਰੀਰਾਂ ਤੇ ਗੱਠਾਂ ਨੇ ਜਾਂ ਗਲਤੀਆਂ ਨੇ, ਕੋਈ ਵੀ ਚੀਜ਼ ਮੇਰੇ ਪਿਤਾ ਪਰਮੇਸ਼ਰ ਨੂੰ ਤੰਗ ਪਰੇਸ਼ਾਨ ਕਰੇ ਰਾਈਟ ਨਾਓ ਬੋਡੀ ਹੀਲ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ ਬੰਦ। ਕਿਸੇ ਵੀ ਭੈਣ ਭਾਈ ਨੂੰ ਪ੍ਰਭੂ ਡਾਕਟਰ ਨੇ ਸਰਜਰੀ ਨਹੀਂ ਕਹਿਤਾ ਮੇਰੇ ਪਿਤਾ ਪਰਮੇਸ਼ਰ ਇੱਕ ਟਰਾਈ ਹੋਏ ਨੇ ਮੇਰੇ ਖੁਦਾ ਬੰਦ ਜੀ। अपना पावरफुल हक बढ़ा दे मेरे प्रभु जी कि वो हर गिनती हर रसौली पर राइट मैंने बॉडी को जावे पर यीशु मसीह नाम में डिक्लेयर कर दिया मेरे खुदा दुआ कर प्रभु। जो बच्चे ऑनलाइन पढ़ रहे हैं मेरे पिता परमेश्वर उन्हें मदद कर मेरे प्रभु। अपने स्वर्ग के पद बारे लगा कि वो बच्चे फर्स्ट डिवीजन से पास हो गए पर यीशु मसीह नाम डिक्लेयर कर दिया मेरे खुदा जी। जो बाहर कंट्रीज गए मेरे प्रभु पक्के नहीं हो रहे पिता परमेश्वर उन्हें मदद कर मेरे प्रभु। अपनी लम्बा अपनी ग्लोरी लै प्रभु बच्चे पक्के होने प्रभु यीशु मसीह नाम में डिक्लेयर कर दिया मेरे खुदा प्रभु। जिन्हें पहला मैसेज लगी मेरे प्रभु ने वीजे नहीं आए वेट कर रहे हैं प्रभु जी। अपना पावरफुल हाथ बना प्रभु जी कि ना बच्चों का हल हो गए प्रभु। तेरी महिमा तेरी ग्लोरी नहीं कि बच्चे असि बाय फेथ वीजा रिसीव कर दे प्रभु यीशु मसीह नाम में। किसी भी भैन भाई ने मेरे पिता परमेश्वर किसी ने पैसे दबे मेरे प्रभु अपनी महिमा अपनी ग्लोरी लै जिंदा खुदा इन्होंने दिलों में खिंच मेरे प्रभु किसी के पैसे नहीं वापस आवे प्रभु यीशु मसीह नाम डिक्लेयर कर दिया मेरे प्रभु। जो भी इन्होंने जिंदगी में कर्ज की स्पिरिट करी है प्रभु ने जिंदगी में कर्ज की स्पिरिट जावे प्रभु यीशु मसीह नाम देना मेरे खुदा। जब भैन भाई ने प्रभु जी शिद्दत जख्म है बॉडी पे राइट नाउ जख्म ऐसे हील हो गए प्रभु यीशु मसीह नाम देना हर काला पूरे बॉडी को जावे यीशु मसीह नाम देना। हर स्ट्रेस यानी बॉडी को जावे प्रभु यीशु मसीह नाम देना। हर मेंटली दौरा प्रभु जावे जिंदगी से प्रभु यीशु मसीह नाम देना मेरे खुदा प्रभु जी। जो तरह के बच्चे गवाचे या बुजुर्ग ने मेरे पिता परमेश्वर के प्रभाव लग रहे हैं प्रभु जी अपना पावरफुल हाथ बढ़ा मेरे प्रभु घरों में वापस आने प्रभु यीशु मसीह नाम डिक्लेयर कर दिया मेरे खुदा जिन्हें लोग भैन भाइयों के कोर्ट केस चल गया प्रभु जी अपनी महिमा अपनी ग्लोरी लै प्रभु जी वजन से वादा करता जिन्हें जंग लड़ता यहोवा जंग कदे नहीं होगा मेरे खुदा भैन भाई का केस इनके हक च हो गए प्रभु यीशु मसीह नाम देना मेरे खुदा जो कोई भैन भाई प्रभु अपने बिजनेस खोलना चाहता है प्रभु का इंतजाम हो इस वर्ग प्रभु यीशु मसीह नाम देना मेरे खुदा पिता परमेश्वर जिन्ना भी प्रभु मैरजा रुकी हुई है मेरे खुदा बंद किसी ने भी जादू टूना किया प्रभु जब
श्राप बोलना मेरे प्रभु और तेरे खून दे नाल मेरी जिंदगी धो देने प्रभु यीशु मसीह दे नाम Amen. दे नाल Thank मेरे you, प्रभु Jesus. Thank you, Jesus. पिता परमेश्वर एक साल बच्चों ने महरवा हो प्रभु यीशु मसीह नाम दे नाल मेरे प्रभु Amen. जिन्ना भैणा कोले बच्चे नहीं है जे प्रभु जी तू वजन की वादा कीता जिन्ना दा प्रभु वांझ ने औरतां मेरे पिता परमेश्वर Yes. तू जान दा कि भैन नु मेरे खुदा बाद Yes. जी तू वजन की वादा कीता मेरे खुदा की वांझ औरत दा मैं घर बसाना मेरे पिता Amen. परमेश्वर नु तू खुशी देना मेरे प्रभु हर Yes. स्टैंड राइट नो कंसीव करे प्रभु यीशु मसीह नाम दे नाल मेरे खुदा बाद Amen. जो भैणा बेटे मांग रही है प्रभु जी वो भी राइट नो कंसीव कर प्रभु यीशु मसीह नाम दे Amen. नाल मेरे खुदा बाद Amen. कि तू क्या करना जुदा खुदा मेरे प्रभु जिस किसी बच्चे नु भैन भाई नु खेच चढ़ दिया उन्होंने का Yes. लड़ाई है झगड़ा है Yes. इनका जेंस Yes. राइट ना प्रभु Amen. बंद हो जाए प्रभु यीशु मसीह Amen. नाम दे मेरे Thank you, खुदा बाद Jesus. Yes, Lord. Yes, प्रभु Lord. जो तू भैन भाई बीमार है मेरे पिता परमेश्वर राइट मेरे बोझना ठीक कर प्रभु यीशु Amen. मसीह नाम दे मेरे Amen. खुदा बाद Yes, Lord Jesus. प्रभु जी तू क्या करना जिंदा खुदा प्रभु Yes. जी इन्हें औरे जाने से बैठने उठने से मदद कर मेरे खुदा बाद बचन Yes. पढ़ने से मदद कर मेरे Yes. पिता परमेश्वर कोई भी मेरा भैन भाई मेरे पिता पर किसी प्रॉब्लम से फंसे रहा मेरे पिता परमेश्वर तू सारे दिल से गर्दन जानना जिंदा खुदा मेरे प्रभु जी हर Amen. प्रॉब्लम से प्रभु सेफ होके बाहर निकल प्रभु यीशु मसीह नाम दे नाल मेरे खुदा बाद Amen. प्रभु जिन्होंने कराची ज्यादा शराब है मेरे पिता परमेश्वर कर बर्बाद हो रही है मेरे खुदा बाजी Amen. वो मेरे मुंह की प्रभु जी की तरह पाप पवित्र खून लाने मेरे प्रभु Amen. जी कि शराब नु ड्रग नु नफरत कर प्रभु यीशु मसीह नाम दे नाल मेरे खुदा बाजी Jesus' name. ब्याह कर मेरे पिता परमेश्वर की ब्याह करने वाला जिंदा खुदा मेरे प्रभु जी जिन्ने भी प्रभु परिवार दे मेंबर हॉस्पिटल पाए ने मेरे पिता परमेश्वर ने बजना हील हो गए प्रभु Amen. यीशु मसीह नाम दे प्रभु जिन्ने भी किसान मेरे प्रभु सामने पे बैठे मेरे पिता परमेश्वर तू उन्हें मदद कर मेरे खुदावंद जी कितना टाइम हो गया मेरे प्रभु उन्होंने Yes. बैठे ने उत्थे मेरे खुदावंद जी Yes. कि तू सुन वाला तू होता इसी एक लिखा मेरे पिता परमेश्वर की राजे ने दिलों का कंट्रोल मेरे हाथों च मेरे प्रभु Amen. इन्हें सरकारां का भी कंट्रोल तू अपने हाथों च ले मेरे Yes, प्रभु Lord Jesus. कि जंग जित के और प्रभु यीशु मसीह नाम में डिक्लेयर कर दिया मेरे खुदावंद Amen. जी Amen. तुम रहम करो मेरे पिता परमेश्वर तू रहम करने वाला जिंदा खुदा मेरे पिता परमेश्वर तेरी रहमत तेरी ग्लोरी में हर एक प्रभु जी का सेफ होवे प्रभु मेरे खुदा बंद मेरे हीर की हड्डी से प्रॉब्लम आ मेरे राइट नाउ हीर को जो परमेश्वर मसीह नाम दे नाल मेरे खुदा बंद Thank you, प्रभु Jesus. जो भी शरीर के किसी भैन भाई ने सोचा है राइट नाउ बॉडी Amen. Yes, Jesus. मेरे करना तो सच्ची सकते राइट ना मेरे पिता परमेश्वर उन्होंने बंद करना इसके वक्त खाना कर नाम देना Amen. मेरे बोल नहीं सकते उन्होंने बंद जीवन खाना कर नाम देना Yes, मेरे प्रभु Jesus. मेरे चल नहीं सकते राइट ना प्रभु तोड़ने लग गए प्रभु यीशु मसीह नाम दे मेरे Yes, बंद Jesus. जिन्होंने आंख पैर छोड़ राइट ना बराबर होने प्रभु यीशु मसीह Yes, Lord नाम देना Jesus. मेरे प्रभु Amen. ब्याह कर मेरे पिता परमेश्वर से ब्याह करना जिंदा खुदा मेरे पिता कोई भी भैन भाई की कोई चीज गवाती है मेरे पिता परमेश्वर Yes. लग रहे ने Yes. प्रभु मैं नहीं रही प्रभु अपना Yes. पावर हाथ से बना मेरे प्रभु इन्हें गवातियां होती जिन्हें हत्या जाए मेरे प्रभु यीशु मसीह नाम देना मेरे खुदा Amen. प्रभु जिन्होंने कोई देश सोचे मैंने मेरे पिता परमेश्वर Yes. अपनी नाम अपनी ग्लोरी ले मेरे खुदा मान Yes. ऐसी अंतिम कर मेरे खुदा मान के मेरे बच्चे मेरे परिवार में मेंबर बाहर आ जाए प्रभु Yes. यीशु मसीह नाम देना मेरे खुदा Amen. Yes. जिन्होंने प्रभु स्ट्रेस नहीं है प्रभु मेंटली स्ट्रेस का मेरे पिता परमेश्वर उस स्ट्रेस को जानदा मेरे पिता परमेश्वर जिन्हें हर स्ट्रेस मेरे घर को मेरे परिवार को बाहर जावे प्रभु यीशु मसीह नाम देना मेरे खुदा बंद Amen. इस तरह से जब के जिंदगी की लड़ाई झगड़ा मेरे प्रभु जब भैन भाइयों की प्रभु की लड़ाई झगड़ा प्रभु सामने झगड़ा अपनी आग को उतार मेरे Yes. खुदा बंद को उसी तरह Power. भगवान Yes. आगे प्रभु यीशु मसीह नाम डिक्लेयर कर दिया मेरे खुदा Amen. बंद Amen. कितना के कतार से मेरे पिता परमेश्वर मेरे से तेरे पाक पवित्र हाथों में रख लिया मेरे प्रभु हर लाइन झगड़ा प्रभु ने घर तो बाहर हो गए प्रभु Amen. यीशु मसीह नाम डिक्लेयर कर दिया मेरे Amen. खुदा Yes, Lord Jesus. प्रभु जिन्हें सहन पर यहाँ की बोल देती है प्रभु अपनी माफी प्रभु ले मेरे पिता परमेश्वर और सेवा करते हैं खाना काम को यीशु मसीह नाम डिक्लेयर करते हैं खुदा Yes, Lord Jesus. क्या कर मेरे पिता परमेश्वर Amen. जो भी सहन पाई नवी प्राप्ति खरीदना चाहता मेरे पिता परमेश्वर तेरी नेमत तेरी ग्लोरी
ਹਰ ਪ੍ਰੋਪੀਜਨ ਦਾ ਸੌਦਾ ਹੋਵੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਨਾਲ ਮੇਰੇ ਖੁਦਾ Yes, Lord Jesus. Be ਪ੍ਰਭੂ victorious. ਆਉਣੇ ਜਾਣੇ ਨੂੰ ਬੈਠੇ Yes. ਉਸ ਦੇ ਖੂਨ ਚ ਕਬਰ ਕਰਨੀ ਹੈ ਮੇਰੇ ਪਿਤਾ Amen. ਪਰਮੇਸ਼ਵਰ ਜੀ ਜੋ ਵੀ ਦਵਾ ਤੇਰੇ ਚਰਨਾਂ ਚ ਲੈ ਕੇ ਬੈਠੇ ਪ੍ਰਭੂ ਤੂੰ ਤਾਂ ਦਿਲ ਤੇ ਗੁਰਦੇ ਨੂੰ ਜਾਣਨਾ ਦਿੰਦਾ ਖੁਦਾ ਪ੍ਰਭੂ ਜੀ ਤੇ ਦਵਾ ਨੂੰ ਅੱਜ ਇਹਨਾਂ ਨੂੰ ਸਵਰਗਾਂ ਚੋਂ ਪ੍ਰਭੂ ਇਹਨਾਂ ਨੂੰ ਉੱਤਰ ਦੇ ਮੇਰੇ ਦਿੰਦਾ ਖੁਦਾ ਜੀ Yes. ਤੁਸੀਂ ਦੇਣ ਵਾਲੇ ਪਰਮੇਸ਼ਵਰ ਆ ਮੇਰੇ ਪਿਤਾ ਪਰਮੇਸ਼ਵਰ ਅਸੀਂ ਤੇਰੇ ਬੱਚੇ ਮੰਗਣ ਵਾਲੇ ਆ ਮੇਰੇ ਖੁਦਾ ਜੀ Amen. ਤੁਸੀਂ ਹਰ ਬਰਕਤ ਇਹਨਾਂ ਨੂੰ ਦਵੋ ਮੇਰੇ ਪਿਤਾ ਪਰਮੇਸ਼ਵਰ ਜੀ ਸਟਾਰ ਬਣ ਕੇ ਚਮਕਣ ਪ੍ਰਭੂ ਯਿਸੂ Amen. ਦੇ Yes, ਨਾਮ ਦੇ ਨਾਲ Lord ਮੇਰੇ Jesus. ਖੁਦਾ ਜੀ Thank you, Jesus. ਤੁਸੀਂ ਵਚਨ ਚ ਵਾਅਦਾ ਕੀਤਾ 11:24 ਚ ਮਾਰਕਸ ਪਿਤਾ ਪਰਮੇਸ਼ਵਰ ਜੀ ਕਿ ਜੋ ਤੁਸੀਂ ਵਿਸ਼ਵਾਸ ਨਾਲ ਮੰਗੋਗੇ ਤੁਹਾਨੂੰ ਮੈਂ ਦਊਂਗਾ ਮੇਰੇ ਪਿਤਾ Amen. ਪਰਮੇਸ਼ਵਰ ਜੀ ਪੂਰੇ ਵਿਸ਼ਵਾਸ ਯਕੀਨ ਕਰਦੇ ਜੋ ਤੇ ਤੋਂ ਮੰਗਿਆ ਪ੍ਰਭੂ ਸਾਨੂੰ ਮਿਲ ਚੁੱਕਿਆ ਹੈ ਪ੍ਰਭੂ Amen. ਯਿਸੂ ਮਸੀਹ ਜਿੰਦਾ ਨਾਮ ਦੇ ਨਾਲ ਮੇਰੇ ਪਿਤਾ ਬਾਣ ਜੀ ਤੇ ਸਾਰੀ ਪ੍ਰਾਰਥਨਾ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਨਾਲ ਮੰਗਦੀ ਹਾਂ ਤੇ ਤੁਹਾਨੂੰ Amen. 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 Thank you, Jesus. तेरा शुक्र रखते हैं, ਧੰਨਵਾਦ ਰੱਖਦੇ ਹਾਂ, ਤੇਰਾ ਸ਼ੁਕਰ ਰੱਖਦੇ ਹਾਂ ਪਿਤਾ ਪਰਮੇਸ਼ਵਰ। ਅਸੀਂ ਭੈਣ ਦਵਿੰਦਰ ਦੀ ਜ਼ਿੰਦਗੀ ਲਈ ਵੀ ਦੁਆ ਕਰਦੇ ਹਾਂ ਪਿਤਾ ਪਰਮੇਸ਼ਵਰ, ਜੋ ਤੇਰੇ ਵਚਨ ਦੇ ਵਿੱਚ ਬੈਠਦੇ ਆ, ਜੋ ਦੁਆਵਾਂ ਕਰਦੇ ਆ ਪਿਤਾ ਪਰਮੇਸ਼ਵਰ ਜੀ। ਅਤੇ ਪ੍ਰਭੂ ਜੀ ਜਿੱਦਾਂ ਤੁਸੀਂ ਅਸੀਂ ਦੋਨਾਂ ਭੈਣਾਂ ਜਦੋਂ ਅਸੀਂ ਇਹ ਮਿਨਿਸਟਰੀ ਸ਼ੁਰੂ ਕੀਤੀ ਸੀ, ਬਾਈਬਲ ਸਟੱਡੀ ਸ਼ੁਰੂ ਕੀਤੀ ਸੀ ਪ੍ਰਭੂ ਜੀ, ਤੁਸੀਂ ਸਾਨੂੰ ਵਾਅਦਾ ਕੀਤਾ ਸੀਗਾ ਕਿ ਜਿਸ ਲਈ ਵੀ ਅਸੀਂ ਦੁਆਵਾਂ ਕਰਾਂਗੇ ਤੁਸੀਂ ਸਾਡੀਆਂ ਦੁਆਵਾਂ ਸੁਣੋਗੇ ਪਿਤਾ ਪਰਮੇਸ਼ਵਰ ਜੀ। ਤੁਸੀਂ ਸਾਨੂੰ ਆਪਣੀ ਪਾਵਰ ਨਾਲ ਭਰੋ, ਇੱਕ ਇੱਕ ਭੈਣ ਭਰਾ ਨੂੰ ਆਪਣੀ ਪਾਵਰ ਦੇ ਨਾਲ ਭਰੋ ਪ੍ਰਭੂ ਜੀ। ਉਹ ਪਾਵਰ ਜੋ ਤੁਸੀਂ ਸਵਰਗਾਂ ਦੇ ਵਿੱਚੋਂ ਤੁਸੀਂ ਭੇਜੀ ਸੀ ਪਿਤਾ ਪਰਮੇਸ਼ਵਰ ਜੀ, ਉਸ ਪਾਵਰ ਨਾਲ ਸਾਨੂੰ ਓਵਰਫਲੋ ਕਰੋ, ਸਾਨੂੰ ਓਵਰਸ਼ੈਡੋ ਕਰੋ, ਤਾਂ ਕਿ ਪਿਤਾ ਪਰਮੇਸ਼ਵਰ ਜੀ ਅਸੀਂ ਤੇਰੇ ਕੰਮਾਂ ਦੇ ਵਿੱਚ ਵੱਧ ਸਕੀਏ ਪਿਤਾ ਪਰਮੇਸ਼ਵਰ ਜੀ, ਤਾਂ ਕਿ ਪਿਤਾ ਪਰਮੇਸ਼ਵਰ ਅਸੀਂ ਤੈਨੂੰ ਸਾਰੀ ਗਲੋਰੀ ਦਈਏ, ਸਾਰੀ ਮਹਿਮਾ ਅਸੀਂ ਤੇਰੇ ਨਾਮ ਨੂੰ ਦਈਏ ਪਿਤਾ ਪਰਮੇਸ਼ਵਰ ਜੀ। ਇਹਦੇ ਨਾਲ ਅਸੀਂ ਆਪਣੀ ਬਾਈਬਲ ਸਟੱਡੀ ਨੂੰ ਪ੍ਰਭੂ ਜੀ ਕਨਕਲੂਡ ਕਰਦੇ ਹਾਂ ਪਿਤਾ ਜੀ। ਇਹਦੇ ਨਾਲ ਅਸੀਂ ਦੁਆ ਕਰਦੇ ਹਾਂ ਪਰਮੇਸ਼ਵਰ ਕਿ ਪਿਤਾ ਪਰਮੇਸ਼ਵਰ ਦਾ ਪਿਆਰ, ਮਿਹਰ ਤੇ ਕਿਰਪਾ ਪ੍ਰਭੂ ਯਿਸੂ ਦੀ ਅਤੇ ਪਾਕ ਰੂਪ ਪਵਿੱਤਰ ਆਤਮਾ ਦੀ ਸੰਗਤੀ ਹਮੇਸ਼ਾ ਦੇ ਨਾਲ ਸਭਨਾਂ ਦੇ ਨਾਲ ਰਵੇ। Amen and amen. So God bless you everybody. Thank you for being part of the Bible study, ਕਿਉਂਕਿ ਪ੍ਰਭੂ ਇਹ ਸਿਰਫ ਆਪਾਂ ਕੋਈ ਨਹੀਂ ਇਕੱਲਾ ਕਰ ਸਕਦਾ, ਆਪਾਂ ਕੋਈ ਇਕੱਲੇ ਵੱਡੇ ਨਹੀਂ ਹੋ ਸਕਦੇ, ਕਿਉਂਕਿ ਪ੍ਰਭੂ ਯਿਸੂ ਨੇ ਕਦੇ ਨਹੀਂ ਕਿਹਾ ਸੀ ਕਿ ਇੱਕ ਬੰਦਾ ਵੱਡਾ ਹੋਊਗਾ, ਉਹਨੇ ਕਿਹਾ ਸੀ ਮੇਰਾ ਸਰੀਰ। ਆਪਾਂ ਸਭ ਪ੍ਰਭੂ ਯਿਸੂ ਦੇ ਸਰੀਰ ਆ ਅਤੇ ਪ੍ਰਭੂ ਯਿਸੂ ਦੇ ਸਰੀਰ ਇੱਕ ਹੋ ਸਕਦਾ ਆ, ਦੋ ਨਹੀਂ ਹੋ ਸਕਦੇ ਕਿ ਇੱਕ ਹੀ ਪਰਮੇਸ਼ਵਰ ਆ, ਇੱਕ ਹੀ ਪਾਕ ਰੂਹ ਆ ਤੇ ਇੱਕ ਹੀ ਪ੍ਰਭੂ ਯਿਸੂ ਦਾ ਸਰੀਰ ਆ, ਅਤੇ ਅਸੀਂ ਇੱਕ ਇਕੱਠੇ ਹੋ ਕੇ ਅਸੀਂ ਪ੍ਰਭੂ ਯਿਸੂ ਦਾ ਕੰਮ ਕਰ ਸਕਦੇ ਹਾਂ। ਆਮੇਨ। ਆਪਾਂ ਇੱਕ ਸਿਖਾਏਗਾ, ਦੂਜਾ ਸਿੱਖ ਕੇ ਗਾਂ ਸਿਖਾਏਗਾ ਅਤੇ ਪ੍ਰਭੂ ਯਿਸੂ ਦਾ ਨਾਮ ਵੱਡਾ ਕਰੇਗਾ। ਆਪਾਂ ਨੂੰ ਪ੍ਰਭੂ ਨੇ ਸਭਨਾਂ ਨੂੰ ਆਪਾਂ ਇੱਕ ਜੌਬ ਦਿੱਤੀ ਹੋਈ, ਜਿਹਦਾ ਹੱਥਾਂ ਦਾ ਜੌਬ ਹੱਥਾਂ ਦੀ ਆ, ਹੱਥਾਂ ਦੀ ਜੌਬ ਪੈਰ ਨਹੀਂ ਕਰ ਸਕਦਾ, ਅੱਖਾਂ ਦੀ ਜੌਬ ਮੂੰਹ ਨਹੀਂ ਕਰ ਸਕਦਾ। ਇਸੇ ਤਰ੍ਹਾਂ ਸਾਨੂੰ ਪ੍ਰਭੂ ਨੇ ਆਪਣੀ ਪਾਵਰ ਨਾਲ ਸਾਨੂੰ ਭਰਿਆ ਹੋਇਆ ਆ। ਚਲੋ ਅੱਜ ਆਪਾਂ ਇਸੇ ਪਾਵਰ ਦੇ ਨਾਲ ਪ੍ਰਭੂ ਯਿਸੂ ਦਾ ਕੰਮ ਕਰੀਏ। ਆਮੇਨ। ਸੋ ਗॉड ਬਲੈਸ ਯੂ everybody, and ਆਪਾਂ ਹੁਣ ਫਰਾਈਡੇ ਨੂੰ ਮਿਲਾਂਗੇ 7 ਵਜੇ and 6:30 ਸੁਬਹ ਕੈਨੇਡਾ ਦੇ ਟਾਈਮ ਤੇ ਵੀ। Amen. So God bless you. Bye bye. God bless you. Bye bye. Have a wonderful day. Have a wonderful day.